ਵੀ ਇਹ ਜਿਹੜੀ ਜੰਗ ਹੈ ਇਹ ਅਮਰੀਕਾ ਨੇ ਆਪਦੇ ਹਿੱਤਾਂ ਵਾਸਤੇ ਲਾਈ ਹੈ, ਇਹ ਕੋਈ ਯੂਕਰੇਨ ਦੇ ਹਿੱਤਾਂ ਵਾਸਤੇ ਨਹੀਂ ਹੈ। ਹੁਣ ਯੂਕਰੇਨ ਇਸੇ ਕਰਕੇ ਜਿਹੜਾ ਤੁਸੀਂ ਕਿਹਾ ਠੀਕ ਹੈ, ਉਹ ਪ੍ਰੈਜ਼ੀਡੈਂਟ ਕਹਿੰਦਾ ਰੂਸ ਵਾਲ ਨੂੰ ਵੀ ਹੁਣ ਤੁਸੀਂ ਸਮਝੌਤਾ ਕਰ ਲਓ, ਜੰਗਬੰਦੀ ਕਰ ਲਓ। ਰੂਸ ਕਹਿੰਦਾ ਵੀ ਆਹ ਦੋ ਗੱਲਾਂ ਤੂੰ ਪਹਿਲਾਂ ਪਰ ਮੰਨ ਵੀ ਇੱਕ ਤਾਂ ਨਾਟੋ ਦੇ ਵਿੱਚ ਹਿੱਸਾ ਨਹੀਂ ਬਣੇਗਾ, ਇੱਕ ਤੂੰ ਯੂਰਪੀਅਨ ਯੂਨੀਅਨ ਦਾ ਹਿੱਸਾ ਨਹੀਂ ਬਣੇਗਾ, ਤੂੰ ਆਜ਼ਾਦ ਰਹੇਗਾ। ਆਜ਼ਾਦ ਰਹੇ ਫਿਰ ਸਾਨੂੰ ਕੋਈ ਇਤਰਾਜ਼ ਨਹੀਂ, ਜੇ ਤੂੰ ਉਹਨਾਂ ਦਾ ਗੁਲਾਮ ਬਣਨਾ ਫਿਰ ਸਾਡੀ ਲੜਾਈ ਹੈ, ਕਿਉਂਕਿ ਉਹਨਾਂ ਦਾ ਗੁਲਾਮ ਬਣ ਕੇ ਤੂੰ ਸਾਨੂੰ ਖਰਾਬ ਕਰੇਗਾ। ਇਹ ਮੈਨੂੰ ਕੋਈ ਵੱਡੀ ਮਾੜੀ ਗੱਲ ਨਹੀਂ ਲੱਗਦੀ ਵੀ ਤੂੰ ਆਜ਼ਾਦ ਰਹਿ, ਤੂੰ ਆਪਣਾ ਆਜ਼ਾਦ ਰਹਿ ਕੇ ਕਰੀ ਜਾ ਜੋ ਕਰਨਾ। ਤੂੰ ਦੂਜੇ ਦੇ ਉਂਗਲ ਲਗਾਏ ਤੋਂ ਮੇਰੇ 'ਤੇ ਹਮਲਾ ਕਰੇਗਾ, ਫਿਰ ਮੈਂ ਤੈਨੂੰ ਨਹੀਂ ਛੱਡਾਂ, ਫਿਰ ਮੈਨੂੰ ਡਰਨਾ ਹੀ ਪਊਗਾ ਨਾ। ਹੁਣ ਸਰ ਇੱਕ ਅਹਿਮ ਸਵਾਲ ਹੈ ਕਿ ਇਮਰਾਨ ਖਾਨ ਜੋ ਨੇ ਪਾਕਿਸਤਾਨ ਤੋਂ ਜਾ ਕੇ ਬੈਠ ਗਏ ਰੂਸ ਵਿੱਚ, ਚੀਨ ਸਪੋਰਟ ਕਰ ਰਿਹਾ ਰੂਸ ਨੂੰ, ਭਾਰਤ ਵੱਲੋਂ ਕੀ ਸੰਕੇਤ ਨੇ ਇਸ ਚੀਜ਼ ਦੇ? ਨਹੀਂ, ਇਹਦਾ ਕੋਈ ਮਤਲਬ ਨਹੀਂ ਹੈ। ਇਮਰਾਨ ਖਾਨ ਜਿੱਥੇ ਮਰਜ਼ੀ ਜਾ ਕੇ ਬੈਠੇ, ਪਾਕਿਸਤਾਨ ਦਾ ਜੇ ਉਹ ਪਾਕਿਸਤਾਨ ਨੂੰ ਇਹ ਭੁਲੇਖਾ ਨਾ ਵੀ ਰੂਸ ਉਹਨਾਂ ਦੀ ਮਦਦ ਕਰਕੇ ਭਾਰਤ 'ਤੇ ਹਮਲੇ ਕਰਵਾਏਗਾ, ਉਹ ਜਿੰਨੇ ਕੁ ਪਾਕਿਸਤਾਨ ਕਰਦਾ ਕਰੀ ਜਾਂਦਾ। ਪਹਿਲਾਂ ਅਮਰੀਕਾ ਨੇ ਵੀ ਬਥੇਰਾ ਜ਼ੋਰ ਲਾ ਲਿਆ। ਜਿਹੜੇ ਅੱਜ ਤੱਕ ਹਮਲੇ ਹੋਏ ਨੇ ਭਾਰਤ ਦੇ ਉੱਤੇ ਉਹ ਅਮਰੀਕਾ ਨੇ ਕਰਵਾਏ ਨੇ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ। ਇੱਕ ਦੇ ਵਿੱਚ ਵੀ ਪਾਕਿਸਤਾਨ ਸਫਲ ਨਹੀਂ ਹੋਇਆ। ਹੁਣ ਉਹਨਾਂ ਦਾ ਇੰਟਰਸਟ ਕਿੱਥੇ ਹੈ? ਇਹ ਰੂਸ ਨੂੰ ਵੀ ਪਤਾ ਹੈ, ਚੀਨ ਨੂੰ ਵੀ ਪਤਾ ਹੈ, ਅਮਰੀਕਾ ਨੂੰ ਵੀ ਪਤਾ ਹੈ ਵੀ ਜੰਗ 'ਚੋਂ ਨਿਕਲਣਾ ਕੁਛ ਨਹੀਂ। ਇਸ ਕਰਕੇ ਦੂਜੇ ਦੇਸ਼ਾਂ ਨੂੰ ਜੰਗ ਲਵਾਉਂਦੇ ਨੇ, ਆਪਦੇ ਦੇਸ਼ ਨਹੀਂ ਲਵਾਉਂਦੇ। ਹਥਿਆਰ ਦੂਜੇ ਦੇਸ਼ਾਂ ਨੂੰ ਵੇਚਦੇ ਨੇ। ਉਹ ਯੂਕਰੇਨ ਉਹਦੇ ਟੇਟੇ ਚੜ੍ਹ ਗਿਆ। ਇਹ ਗੱਲ ਤੁਸੀਂ ਸਹੀ ਕਹੀ ਆ। ਅੱਜ ਤੱਕ ਦੁਨੀਆ ਦੇ ਵਿੱਚ ਜੰਗ ਦੇ ਮੈਦਾਨ 'ਚ ਇੱਕ ਵੀ ਫੈਸਲਾ ਨਹੀਂ ਹੋਇਆ। ਫੈਸਲੇ ਟੇਬਲ 'ਤੇ ਬੈਠ ਕੇ ਹੋਏ ਨੇ। ਜੇ ਅਸੀਂ ਪੰਜਾਬ ਦੀ ਉਦਾਹਰਨ ਲਈਏ, ਨਾ ਅਨੰਦਪੁਰ ਸਾਹਿਬ ਦੇ ਵਿੱਚ ਫੈਸਲਾ ਹੋਇਆ ਸੀ, ਨਾ ਚਮਕੌਰ ਦੀ ਗੜੀ 'ਚ ਫੈਸਲਾ ਹੋਇਆ ਸੀ, ਨਾ ਖਦਰਾਂ ਦੀ ਢਾਬ 'ਤੇ ਫੈਸਲਾ ਹੋਇਆ ਸੀ। ਫੈਸਲੇ ਵਾਸਤੇ ਔਰੰਗਜ਼ੇਬ ਨੇ ਚਿੱਠੀ ਲਿਖੀ ਕਿ ਆਓ ਆਪਾਂ ਬੈਠ ਕੇ ਗੱਲ ਕਰੀਏ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਉਹਦੇ ਜਵਾਬ 'ਚ ਲਿਖਿਆ ਵੀ ਤੂੰ ਵਾਰ-ਵਾਰ ਕਹਿ ਕੇ ਮੁੱਕਰ ਜਾਂਦਾ। ਅਮਰੀਕਾ ਅੱਜ ਕਿਉਂਕਿ ਹਾਰ ਰਿਹਾ। ਅਮਰੀਕਾ ਦੀ ਜਿਹੜੀ ਉਹ ਤਾਕਤ ਬਣ ਗਈ ਸੀ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ, ਉਹ ਕਹਿ ਲਓ ਵੀ 15 ਕੁ ਸਾਲ ਤੱਕ ਚੱਲੀ। 15 ਸਾਲ ਬਾਅਦ ਉਹਨੂੰ ਚੁਣੌਤੀ ਸ਼ੁਰੂ ਹੋਈ। ਜਦ ਤੁਹਾਨੂੰ ਇਹ ਲੱਗੇ ਵੀ ਤੁਹਾਡਾ ਇੱਕ ਗੁਆਂਢੀ ਤੁਹਾਡੇ ਦੂਜੇ ਗੁਆਂਢੀ ਨੂੰ ਚੁੱਕ ਕੇ ਤੁਹਾਡੇ ਖਿਲਾਫ ਕਰ ਰਿਹਾ, ਤਾਂ ਨੈਚੁਰਲੀ ਤੁਸੀਂ ਬੋਲੋਗੇ। ਰਸ਼ੀਆ ਇਸ ਗੱਲ 'ਚ ਬੋਲਿਆ। ਉਹਦੇ ਉੱਤੇ ਪਹਿਲਾਂ ਤਾਂ ਇਹ ਰਹੇ ਆਕੜ 'ਚ ਇਹਨਾਂ ਨੂੰ ਇਹ ਸੀਗਾ ਯੂਕਰੇਨ ਦੇ ਪ੍ਰੈਜ਼ੀਡੈਂਟ ਨੂੰ ਵੀ ਅਮਰੀਕਾ ਨੇ ਤਾਂ ਸਾਨੂੰ ਪੂਰੇ ਭੇਜ ਦਿੰਦੇ ਹਵਾਈ ਜਹਾਜ਼, ਬੰਬਰ ਹਵਾਈ ਜਹਾਜ਼, ਇਹ ਰੂਸ ਦਾ ਕਿੱਥੇ ਕੱਢ ਜਾਓ ਸਾਡੇ ਕੋਲੇ। ਜਿਵੇਂ ਤੁਸੀਂ ਕਿਹਾ ਹੀ ਹੈ ਵੀ ਨਾਟੋ ਦੀਆਂ ਫੌਜਾਂ ਆ ਕੇ ਸਾਡੇ ਨਾਲ ਬਹਿ ਜਾਣਗੀਆਂ। ਉਹ ਭੱਜ ਗਏ ਫਿਰ ਮੁੜ ਕੇ, ਕਹਿੰਦੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ। ਕਿ ਆਪਣੇ ਆਪ ਨੂੰ ਸ਼ਕਤੀਸ਼ਾਲੀ ਸਾਬਿਤ ਕਰਨ ਤੇ ਲੱਗੇ ਹੋਏ ਨੇ ਵੀ ਮੈਂ ਉਸ ਤੋਂ ਸ਼ਕਤੀਸ਼ਾਲੀ ਹਾਂ, ਕੱਲ੍ਹ ਨੂੰ ਮੈਂ ਕੋਈ ਵੀ ਗੱਲ ਮਨਾ ਸਕਦਾ। ਚੌਧਰ ਦੇ ਸਵਾਲ ਦੇ ਵਿੱਚ ਅਮਰੀਕਾ ਦੀ ਚੌਧਰ ਖੁਸ਼ ਰਹੀ ਹੈ। ਹੁਣ ਅਸਲ 'ਚ ਅਮਰੀਕਾ ਜ਼ਿਆਦਾ ਹਮਲਾਵਰ ਰੁਖ ਅਖਤਿਆਰ ਕਰ ਰਿਹਾ। ਪਹਿਲਾਂ ਤਾਂ ਉਹਦੀ ਚੌਧਰ ਚੱਲਦੀ ਹੋਈ ਸੀ। ਅਮਰੀਕਾ ਦੀ ਸਭ ਤੋਂ ਵੱਡੀ ਇੰਡਸਟਰੀ ਦੁਨੀਆ ਦੇ ਵਿੱਚ 3 ਚੀਜ਼ਾਂ ਨੇ, ਇੱਕ ਹਥਿਆਰ, ਇੱਕ ਭੋਜਨ, ਬਣੀਆਂ ਭੋਜਨ ਦੀਆਂ ਵਸਤਾਂ, ਇੱਕ ਦਵਾਈਆਂ। ਸੋ ਬਿਮਾਰੀ ਫੈਲਾਉਣਾ, ਜੰਗ ਫੈਲਾਉਣਾ ਅਤੇ ਭੁੱਖਮਰੀ ਫੈਲਾਉਣਾ, ਇਹਦੀ ਲੋੜ ਹੈ। ਉਹਦਾ ਵਪਾਰ ਹੀ ਤਾਂ ਚੱਲੂ। ਦੀ ਸਿਮਰਨਜੀਤ ਮਾਨ ਜੋ ਕਿ ਉਹਨਾਂ ਦੀ ਸਟੇਟਮੈਂਟ ਇੱਕ ਆਈ, ਉਹ ਕਹਿੰਦੇ ਵੀ ਜਿਹੜੇ ਸਟੂਡੈਂਟ ਉੱਥੇ ਫਸੇ ਹੋਏ ਨੇ, ਜੇ ਉੱਥੇ ਰਹੇ ਨੇ, ਉੱਥੇ ਨਮਕ ਖਾਧਾ, ਫਿਰ ਵਾਪਸ ਨਾ ਆਉਣ, ਉੱਥੇ ਹਥਿਆਰ ਚੁੱਕਣ ਅਤੇ ਯੂਕਰੇਨ ਦਾ ਸਾਥ ਦੇਣ। ਭਾਰਤ ਦੇ ਵਿਦਿਆਰਥੀ ਉੱਥੇ ਪੜ੍ਹਨ ਗਏ ਨੇ ਕਿ ਯੂਕਰੇਨ ਦੀ ਲੜਾਈ ਲੜਨ ਗਏ ਨੇ? ਕੀ ਮਤਲਬ ਆ ਉੱਥੇ? ਕਿਉਂ ਰਹਿਣ ਉੱਥੇ? ਉਹ ਕਿ ਮੁਫਤ ਪੜ੍ਹਾ ਰਹੇ ਸੀ? ਉਹਨਾਂ ਦੀ ਫੀਸ ਹੈ, ਫੀਸ ਦੇ ਕੇ ਪੜ੍ਹਨ ਗਏ ਨੇ। ਕਿਸੇ ਦੀ ਲੜਾਈ ਕੋਈ ਭਾਰਤੀ ਕਿਉਂ ਲੜੇ? ਇਹ ਜਿਹੜਾ ਕਹਿਣਾ ਇਹ ਅਮਰੀਕਾ ਦਾ ਸਟੇਟਮੈਂਟ ਹੀ ਹੈ ਵੀ ਕੋਈ ਨਹੀਂ ਡਟ ਜੋ। ਉੱਥੇ ਇੱਕ ਹੋਰ ਦਾ ਵੀ ਮੈਂ ਸੁਣਿਆ ਵੀ ਐਂ ਕਰੋ ਜੀ, ਉੱਥੇ ਰਹੋ ਜੀ, ਫਲਾਣਾ ਕਰੋ ਜੀ। ਕਿਉਂ ਰਹਿਣ ਵਿਦਿਆਰਥੀ? ਵਿਦਿਆਰਥੀ ਕੋਈ ਫੌਜੀ ਨਹੀਂ ਹੈਗੇ। ਯੂਕਰੇਨ ਨੇ ਲੜਾਈ ਸ਼ੁਰੂ ਕਰੀ ਹੋਈ ਹੈ ਨਾ, ਯੂਕਰੇਨ ਦਾ ਝਗੜਾ ਹੈ ਨਾ ਰੂਸ ਨਾਲ, ਅਤੇ ਯੂਕਰੇਨ ਅਮਰੀਕਾ ਦੇ ਉਂਗਲ 'ਚ ਆਇਆ ਨਾ। ਸਾਡਾ ਭਾਰਤੀ ਵਿਦਿਆਰਥੀ ਤਾਂ ਨਹੀਂ ਨਾ ਆਇਆ, ਉਹ ਤਾਂ ਉੱਥੇ ਪੜ੍ਹਨ ਗਿਆ ਅਤੇ ਪੈਸੇ ਦੇ ਕੇ ਪੜ੍ਹ ਰਿਹਾ, ਉਹ ਮੁਫਤ ਨਹੀਂ ਪੜ੍ਹ ਰਿਹਾ। ਜੋ ਮੁਫਤ ਪੜ੍ਹਾਉਂਦੇ ਹੁੰਦੇ ਫਿਰ ਚਲੋ ਸਿਮਰਨਜੀਤ ਸਿੰਘ ਮਾਨ ਦੀ ਸਟੇਟਮੈਂਟ ਠੀਕ ਸੀ। ਯੂਕਰੇਨ ਤੇ ਰੂਸ ਦੇ ਵਿੱਚ ਹੁਣ ਤੱਕ ਜੰਗ ਜਾਰੀ ਹੈ। ਹਥਿਆਰ ਸੁੱਟਣ ਦੀ ਵੀ ਗੱਲ ਆਉਂਦੀ ਹੈ, ਹਥਿਆਰ ਚੁੱਕਣ ਦੀ ਵੀ ਗੱਲ ਆਉਂਦੀ ਹੈ, ਪਰ ਕੋਈ ਮਸਲਾ ਬਿਨਾਂ ਜੰਗ ਤੋਂ ਹੱਲ ਹੋ ਸਕਦਾ ਹੈ। ਦੂਸਰੇ ਪਾਸੇ ਯੂਕਰੇਨ ਤੇ ਰੂਸ ਵਿੱਚ ਜਿਸ ਤਰ੍ਹਾਂ ਤਲਖੀ ਵਧੀ ਹੋਈ ਹੈ, ਉਸ ਵਜੋਂ ਕੀ ਨਤੀਜੇ ਸਾਹਮਣੇ ਆਉਣਗੇ? ਲੋਕ ਮਰਨ ਲੱਗ ਪਏ ਨੇ, ਲੋਕਾਂ ਦੇ ਉੱਤੇ ਗੋਲੀਆਂ ਬੰਬ ਰਾਹੀਂ ਅਟੈਕ ਕੀਤੇ ਜਾ ਰਹੇ ਨੇ, ਪਰ ਕਈ ਦੇਸ਼ ਹੁਣ ਵੀ ਕਹਿ ਰਹੇ ਨੇ ਕਿ ਗੱਲਬਾਤ ਰਾਹੀਂ ਹੱਲ ਨਿਕਲਣਾ ਚਾਹੀਦਾ। ਪਹਿਲਾਂ ਨਾਟੋ ਨੇ ਜ਼ਿਕਰ ਕੀਤਾ ਕਿ ਉਸ ਦਾ ਸਾਥ ਦੇਣਗੇ, ਨਾਟੋ ਬਾਅਦ 'ਚੋਂ ਪੈਰ ਪਿੱਛੇ ਖਿਸਕਾ ਲੈਂਦਾ। ਅਮਰੀਕਾ ਵੀ ਕਹਿ ਦਿੰਦਾ ਕਿ ਅਸੀਂ ਹਥਿਆਰ ਜਾਂ ਕੋਈ ਵੀ ਨਾਟੋ ਦਾ ਦੇਸ਼ ਉੱਥੇ ਕਿਸੇ ਵੀ ਤਰੀਕੇ ਨਾਲ ਸਹਾਇਤਾ ਨਹੀਂ ਕਰਨਗੇ। ਪਰ ਸਭ ਤੋਂ ਅਹਿਮ ਸਵਾਲ ਹੈ ਕਿ ਜਦੋਂ ਯੂਕਰੇਨ
ਨੇ ਨਾਟੋ ਤੇ ਭਰੋਸਾ ਕੀਤਾ ਜਾਂ ਅਮਰੀਕਾ ਤੇ ਭਰੋਸਾ ਕੀਤਾ, ਉਸ ਤੋਂ ਬਾਅਦ ਕਿਉਂ ਪਿੱਛੇ ਪੈਰ ਖਿਸਕਾਏ ਗਏ? ਕਿ ਵਾਕਈ ਹੀ ਜਿੰਨੇ ਵੀ ਦੇਸ਼ ਨੇ ਪਾਵਰਫੁਲ ਬਣਨਾ ਚਾਹੁੰਦੇ ਨੇ, ਇੱਕ ਦੂਸਰੇ ਤੇ ਰੋਹ ਮਾਰਨਾ ਚਾਹੁੰਦੇ ਨੇ, ਇਸ ਕਰਕੇ ਅਸੀਂ ਜੰਗ ਵੱਲ ਵੱਧ ਰਹੇ ਹਾਂ। ਚਰਚਾ ਕਰਾਂਗੇ ਨਾਟੋ ਨੂੰ ਲੈ ਕੇ ਵੀ, ਚਰਚਾ ਕਰਾਂਗੇ ਸੋਵੀਅਤ ਨੂੰ ਲੈ ਕੇ ਵੀ, ਔਰ ਚਰਚਾ ਕਰਾਂਗੇ ਯੂਕਰੇਨ ਤੇ ਰੂਸ ਨੂੰ ਲੈ ਕੇ ਕਿ ਇਹ ਰੁਕਣ ਦਾ ਨਾਮ ਕਿਉਂ ਨਹੀਂ ਲੈ ਰਹੀ। ਚਰਚਾ ਹੋ ਜਾਂਦੀ ਹੈ, ਕਿਤੇ ਨਾ ਕਿਤੇ ਗੱਲਬਾਤ ਵੀ ਆ ਜਾਂਦੀ ਹੈ ਕਿ ਇਹ ਲੜਾਈ ਹੁਣ ਠੰਡੀ ਪੈਂਦੀ ਜਾ ਰਹੀ ਹੈ, ਪਰ ਕੀ ਵਾਕਈ ਇਸ ਦਾ ਹੱਲ ਵੀ ਹੈ ਕੋਈ? ਸਾਡੇ ਮੌਜੂਦ ਨੇ ਡਾਕਟਰ ਪਹਿਰਾਲ ਗਰਗ, ਜੋ ਸਮੇਂ-ਸਮੇਂ ਤੇ ਆ ਕੇ ਆਪਣੀ ਪ੍ਰਤੀਕਿਰਿਆ ਦਿੰਦੇ ਨੇ। ਚਰਚਾ ਉਹਨਾਂ ਨਾਲ ਕਰਾਂਗੇ। ਸਭ ਤੋਂ ਸਵਾਗਤ ਹੈ ਪੰਜਾਬ ਨਿਊਜ਼ ਤੇ। ਸ਼ੁਕਰੀਆ ਜੀ ਬਹੁਤ ਬਹੁਤ। ਸਰ, ਪਿਛਲੇ 5-6 ਇੰਟਰਵਿਊ 'ਚ ਲਗਾਤਾਰ ਅਸੀਂ ਅਲੱਗ-ਅਲੱਗ ਐਕਸਪਰਟ ਨਾਲ ਗੱਲਬਾਤ ਕੀਤੀ, ਸਭ ਨੇ ਆਪਣੀ ਆਪਣੀ ਰਾਏ ਦਿੱਤੀ। ਕਿਸੇ ਨੇ ਇਤਿਹਾਸ ਪੱਖੋਂ ਰਾਏ ਦਿੱਤੀ, ਕਿਸੇ ਨੇ ਇਹ ਚਰਚਾ ਕੀਤੀ ਕਿ ਇਹ ਬਹੁਤ ਗਲਤ ਹੋ ਰਿਹਾ, ਜੇ ਇਸ ਤਰੀਕੇ ਨਾਲ ਹੋ ਜਾਊਗਾ ਤੇ ਤੀਜਾ ਵੀ ਵਿਸ਼ਵ ਯੁੱਧ ਲੱਗ ਸਕਦਾ ਹੈ। ਹੁਣ ਅਹਿਮ ਸਵਾਲ ਹੈ ਕਿ ਜਿੰਨੇ ਵੀ ਦੇਸ਼ ਨੇ ਕਿ ਆਪਣੇ ਆਪ ਨੂੰ ਸ਼ਕਤੀਸ਼ਾਲੀ ਸਾਬਿਤ ਕਰਨ ਤੇ ਲੱਗੇ ਹੋਏ ਨੇ ਵੀ ਮੈਂ ਉਸ ਤੋਂ ਸ਼ਕਤੀਸ਼ਾਲੀ ਹਾਂ, ਕੱਲ੍ਹ ਨੂੰ ਮੈਂ ਕੋਈ ਵੀ ਗੱਲ ਮਨਾ ਸਕਦਾ। ਦੇਖੋ ਵਿਜੇ ਜੀ, ਜਿਹੜਾ ਸਾਡੇ ਚੌਧਰ ਦਾ ਸਵਾਲ ਹੈਗਾ, ਇਹ ਠੀਕ ਹੈ ਤੁਸੀਂ। ਚੌਧਰ ਦੇ ਸਵਾਲ ਦੇ ਵਿੱਚ ਅਮਰੀਕਾ ਦੀ ਚੌਧਰ ਖੁਸ਼ ਰਹੀ ਹੈ। ਹੁਣ ਅਸਲ 'ਚ ਅਮਰੀਕਾ ਜ਼ਿਆਦਾ ਹਮਲਾਵਰ ਰੁਖ ਅਖਤਿਆਰ ਕਰ ਰਿਹਾ। ਪਹਿਲਾਂ ਤਾਂ ਉਹਦੀ ਚੌਧਰ ਚੱਲਦੀ ਹੋਈ ਸੀ ਅਤੇ ਸੋਵੀਅਤ ਯੂਨੀਅਨ ਦੀ ਚੌਧਰ ਟੁੱਟ ਗਈ ਸੀ ਜਦ ਸੋਵੀਅਤ ਯੂਨੀਅਨ ਟੁੱਟ ਗਿਆ, ਅਤੇ ਹੁਣ ਰਸੀਆ ਤਕੜਾ ਹੋਇਆ। ਚੀਨ, ਰੂਸ, ਚੀਨ ਅਤੇ ਅਮਰੀਕਾ, ਇਹ ਸਭ ਦੁਨੀਆ ਨੂੰ ਪਤਾ ਵੀ ਇਹ ਤਿੰਨੇ ਚੌਧਰ ਦੇ ਹੈਗੇ ਨੇ, ਤਿੰਨੇ ਤਕੜੇ ਨੇ, ਤਿੰਨਾਂ ਦੀ ਆਪਸ ਵਿੱਚ ਲੜਾਈ ਆ। ਅਸਲ 'ਚ ਦੂਜਿਆਂ ਦੇ ਵਿੱਚੋਂ ਦੀ ਕੱਢਦੇ ਨੇ। ਜੇ ਅਸੀਂ ਦੇਖੀਏ ਅਫਗਾਨਿਸਤਾਨ 'ਚ ਪਹਿਲਾਂ ਸੋਵੀਅਤ ਯੂਨੀਅਨ ਆਇਆ, ਉਹਨੂੰ ਭੱਜਣਾ ਪਿਆ ਵਾਪਸ, ਫਿਰ ਅਮਰੀਕਾ ਆਇਆ, ਅਮਰੀਕਾ ਨੂੰ ਵਾਪਸ ਜਾਣਾ ਪਿਆ। ਜੇ ਅਸੀਂ ਦੇਖੀਏ ਵੀਅਤਨਾਮ ਦੇ ਵਿੱਚ ਅਮਰੀਕਾ ਨੇ ਯੁੱਧ ਕਰਿਆ, ਉੱਥੇ ਗੈਰ ਮਨੁੱਖੀ ਕਾਰਵਾਈਆਂ ਵੀ ਕਰੀਆਂ, ਬਿਮਾਰੀ ਫੈਲਾਈ। ਅਤੇ ਇਸੇ ਤਰ੍ਹਾਂ ਜੇ ਅਸੀਂ ਦੇਖੀਏ ਇਰਾਨ, ਇਰਾਕ ਦੇ ਵਿੱਚ, ਉੱਥੇ ਅਮਰੀਕਾ ਦਾ ਹੀ ਸਾਰਾ ਬੋਲਬਾਲਾ ਰਿਹਾ, ਯੁੱਧ ਬਿਨਾਂ ਮਤਲਬ ਦੇ ਯੁੱਧ ਕਰਾਉਂਦੇ ਰਹੇ ਨੇ। ਅਤੇ 1980s ਦੇ ਵਿੱਚ ਲਾਸਟ ਦੇ ਐਂਡ ਦੇ ਵਿੱਚ ਯੁੱਧ ਸੀਗਾ, ਉਹਦੇ ਵਿੱਚ ਯੁੱਧ ਬੰਦ ਹੋ ਗਿਆ ਸੀ ਸਦਾਮ ਨਾਲ। ਇਹਦੇ ਬਾਵਜੂਦ ਇਹਨਾਂ ਨੇ ਮਿਜ਼ਾਈਲਾਂ ਚਲਾਈਆਂ, ਕਿਉਂਕਿ ਮਿਜ਼ਾਈਲਾਂ ਦਾ ਆਪਦਾ ਦਿਖਾਉਣਾ ਚਾਹੁੰਦੇ ਸੀ। ਪਹਿਲਾਂ ਸੈਕੰਡ ਵਰਲਡ ਵਾਰ ਵੇਲੇ ਵੀ ਅਮਰੀਕਾ ਨੇ ਨਾਗਾਸਾਕੀ ਅਤੇ ਹੀਰੋਸ਼ੀਮਾ 'ਤੇ ਬੰਬ ਉਦੋਂ ਸੁੱਟੇ ਸੀ ਜਦ ਯੁੱਧ ਬੰਦ ਹੋ ਚੁੱਕਿਆ ਸੀ ਤਕਰੀਬਨ। ਸੋ ਇਸ ਕਰਕੇ ਯੁੱਧ ਜਿਹੜਾ ਹੈ, ਹਥਿਆਰਾਂ ਦੇ ਵਾਸਤੇ ਯੁੱਧ ਜ਼ਰੂਰੀ ਹੈ। ਅਮਰੀਕਾ ਦੀ ਸਭ ਤੋਂ ਵੱਡੀ ਇੰਡਸਟਰੀ ਦੁਨੀਆ ਦੇ ਵਿੱਚ 3 ਚੀਜ਼ਾਂ ਨੇ, ਇੱਕ ਹਥਿਆਰ, ਇੱਕ ਭੋਜਨ, ਬਣੀਆਂ ਬਣੀਆਂ ਭੋਜਨ ਦੀਆਂ ਵਸਤਾਂ, ਇੱਕ ਦਵਾਈਆਂ। ਸੋ ਬਿਮਾਰੀ ਫੈਲਾਉਣਾ, ਜੰਗ ਫੈਲਾਉਣਾ ਅਤੇ ਭੁੱਖਮਰੀ ਫੈਲਾਉਣਾ, ਇਹਦੀ ਲੋੜ ਹੈ। ਉਹਦਾ ਵਪਾਰ ਹੀ ਤਾਂ ਚੱਲੂ, ਨਹੀਂ ਤਾਂ ਨਹੀਂ ਚੱਲਦਾ। ਅਮਰੀਕਾ ਨੇ ਇਹਨੂੰ ਯੂਕਰੇਨ ਨੂੰ ਜਿਹੜਾ ਸੀ ਵੀ ਤੁਸੀਂ ਨਾਟੋ 'ਚ ਲੜੋ, ਤੁਸੀਂ ਯੂਰਪੀਅਨ ਯੂਨੀਅਨ 'ਚ ਲੜੋ। ਜਿਹੜੇ ਹਿੱਤ ਨੇ, ਜਿਹੜੇ ਇਹ 3 ਦੇਸ਼ ਨੇ ਅਸਲ 'ਚ, ਬੈਲਾਰੂਸ, ਜਾਰਜੀਆ ਅਤੇ ਇਹ ਯੂਕਰੇਨ। ਜਿਹੜਾ ਸੋਵੀਅਤ ਯੂਨੀਅਨ ਸੀ ਉਹਦੇ 2 ਹਿੱਸੇ ਸੀ, ਇੱਕ ਯੂਰਪੀਅਨ ਹਿੱਸਾ ਸੀ, ਇੱਕ ਏਸ਼ੀਅਨ ਹਿੱਸਾ ਸੀ। ਇਹ ਯੂਰਪੀਅਨ ਹਿੱਸੇ ਦੇ 3 ਦੇਸ਼ ਨੇ। ਇਹ ਬੈਲਾਰੂਸ ਨੇ ਨਹੀਂ ਕਦੇ, ਬੈਲਾਰੂਸ ਦੇ ਚੰਗੇ ਰਿਲੇਸ਼ਨ ਨੇ ਰਸ਼ੀਆ ਦੇ ਨਾਲ, ਪਰ ਜਾਰਜੀਆ ਨੇ ਥੋੜ੍ਹੀ ਜਿਹੀ ਟਰਾਈ ਕਰੀ ਸੀ 2008 'ਚ, ਫਿਰ ਜਾਰਜੀਆ ਨੂੰ ਇਹਨਾਂ ਨੇ ਕਰਿਆ ਵੀ ਨਾ, ਇੱਦਾਂ ਨਹੀਂ ਚੱਲਣਾ ਕੰਮ। ਹੁਣ ਜਿਹੜਾ ਅਸੀਂ ਇਹਦੇ ਵਿੱਚ ਯੂਕਰੇਨ ਦੇ ਵਿੱਚ 2014 'ਚ ਆਇਆ ਪ੍ਰੈਜ਼ੀਡੈਂਟ, ਮਤਲਬ ਇਹ ਕੋਈ ਪੋਲੀਟੀਸ਼ੀਅਨ ਨਹੀਂ ਹੈ ਜਿਹੜਾ ਇਹਦਾ ਪ੍ਰੈਜ਼ੀਡੈਂਟ ਹੈ। ਇਹ ਕੁਛ ਜਿਵੇਂ ਆਪਣੇ ਸੈਲੀਬ੍ਰਿਟੀ ਆ ਜਾਂਦੇ ਨੇ, ਇੱਦਾਂ ਆ ਗਿਆ ਜਿੱਤ ਗਿਆ, ਉੱਥੇ ਪ੍ਰੈਜ਼ੀਡੈਂਟ ਫਾਰਮ ਆਫ ਗਵਰਨਮੈਂਟ ਹੈ, ਪ੍ਰੈਜ਼ੀਡੈਂਟ ਜਿੱਤ ਗਿਆ ਤਾਂ ਬਸ ਉਸੇ ਦੀ ਸਰਕਾਰ ਹੈ। ਉਹਦੇ ਤਾਂ ਆਪਣੇ ਨੂੰ ਕਹਿੰਦੇ ਨੇ ਨਾ ਵੀ ਫਲਾਣਾ CM ਉੱਥੇ, ਪਰ CM ਨੂੰ ਬਣਾਉਣਾ ਛੁੱਟ ਕੇ ਹੁੰਦਾ, CM ਚੁਣਿਆ ਨਹੀਂ ਜਾਂਦਾ। ਸਾਡੇ MLA 'ਚ ਹੁੰਦੇ ਨੇ, ਉੱਥੇ ਸਿੱਧਾ ਪ੍ਰੈਜ਼ੀਡੈਂਟ ਦਾ ਰੂਲ ਹੀ ਹੈ, ਪ੍ਰੈਜ਼ੀਡੈਂਟ ਹੀ ਚੁਣਿਆ ਜਾਂਦਾ, ਜਿਵੇਂ ਅਮਰੀਕਾ 'ਚ ਵੀ ਪ੍ਰੈਜ਼ੀਡੈਂਟ ਚੁਣਿਆ ਜਾਂਦਾ। ਸੋ ਉਹਦੇ ਵਿੱਚ ਉਹ ਚੁਣਿਆ ਗਿਆ, ਉਹਨੂੰ ਡਿਪਲੋਮੇਸੀ ਦੀ ਗੱਲ ਨਹੀਂ ਸਮਝ ਆਈ, ਉਹ ਉਹਨਾਂ ਦੇ ਟੇਟੇ ਚੜ੍ਹ ਗਿਆ ਅਮਰੀਕਾ ਦੇ। ਉਹ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਨਾਲ ਵੀ ਮੈਂ ਤਾਂ ਜੀ ਇਹਨਾਂ ਨਾਲ ਸੰਧੀ ਪਾਉਣੀ ਹੈ, ਸੰਧੀ ਕਰਨੀ ਹੈ, ਮੈਂ ਨਾਟੋ ਦੇ ਵਿੱਚ ਰਹਿਣਾ। ਹੁਣ ਜਿਹੜੀ ਨਾਟੋ ਹੈ, ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਉਹਦੇ ਪੈਰਲਲ ਪਹਿਲਾਂ ਇੱਕ ਸੀਟੋ ਸੀਗੀ ਜਾਂ ਸੋਵੀਅਤ ਯੂਨੀਅਨ ਸੀਗਾ। ਸੋਵੀਅਤ ਯੂਨੀਅਨ ਟੁੱਟ ਗਿਆ, ਸੀਟੋ ਵੀ ਟੁੱਟ ਗਈ, ਹੁਣ ਨਾਟੋ ਹੀ ਨਾਟੋ ਰਹਿ ਗਈ। ਨਾਟੋ ਜੰਗ ਦੀ ਜਥੇਬੰਦੀ ਹੈ ਬੇਸਿਕਲੀ, ਅਤੇ ਨਾਟੋ ਦੇ ਵਿੱਚ ਹਿੱਸਾ ਲੈਣ ਦਾ ਮਤਲਬ ਸੋਵੀਅਤ ਯੂਨੀਅਨ ਰਸ਼ੀਆ ਨੂੰ ਲੱਗਦਾ ਵੀ ਇਹ ਤਾਂ ਗੜਬੜ ਕਰਨਗੇ ਫਿਰ ਸਾਡੇ 'ਤੇ। ਜਦ ਤੁਹਾਨੂੰ ਇਹ ਲੱਗੇ ਵੀ ਤੁਹਾਡਾ ਇੱਕ ਗੁਆਂਢੀ ਤੁਹਾਡੇ ਦੂਜੇ ਗੁਆਂਢੀ ਨੂੰ ਚੁੱਕ ਕੇ ਤੁਹਾਡੇ ਖਿਲਾਫ ਕਰ ਰਿਹਾ, ਤਾਂ ਨੈਚੁਰਲੀ ਤੁਸੀਂ ਬੋਲੋਗੇ। ਰਸ਼ੀਆ ਇਸ ਗੱਲ 'ਚ ਬੋਲਿਆ। ਪਹਿਲਾਂ 2014 'ਚ ਇਹਦਾ ਹਿੱਸਾ ਸੀ ਕ੍ਰੀਮੀਆ, ਉਹਦੇ ਉੱਤੇ ਰਸ਼ੀਆ ਨੇ ਕਬਜ਼ਾ ਕਰਿਆ। ਕਬਜ਼ਾ ਕਰਨ ਤੋਂ ਬਾਅਦ ਫਿਰ ਇਹਨਾਂ ਨੇ ਸਮਝੌਤਾ ਕਰਿਆ, ਯੂਕਰੇਨ ਨੇ ਅਤੇ ਰਸ਼ੀਆ ਨੇ। ਇਹ ਬੈਲਾਰੂਸ ਦੇ ਵਿੱਚ ਜਾ ਕੇ ਸਮਝੌਤਾ ਹੋਇਆ, ਬੈਲਾਰੂਸ 'ਚ ਬੈਠ ਕੇ। ਮਿੰਸਕ ਉਹਦਾ ਸ਼ਹਿਰ ਹੈ ਜਿਹਦੇ 'ਚ ਹੋਇਆ। ਮਿੰਸਕ ਦੇ ਵਿੱਚ ਇਹ ਸਮਝੌਤਾ ਹੋ ਗਿਆ, ਅਤੇ ਉਸ ਤੋਂ ਬਾਅਦ ਉਹ ਸੰਧੀ ਤੋਂ ਬਾਅਦ ਜਿਹੜੇ ਉੱਥੇ 2 ਸੂਬੇ ਐਸੇ ਨੇ, ਹੈਗੇ ਤਾਂ ਭਾਵੇਂ ਛੋਟੇ ਛੋਟੇ ਹੀ ਹੈਗੇ ਨੇ, ਅਤੇ ਉਹਨਾਂ ਦੋਹਾਂ ਸੂਬਿਆਂ ਦੇ 'ਚ ਡੋਮੈਸਟਿਕ ਅਤੇ ਲੁਹਾਨਸਕ, ਉਹ ਦੋਹੇ ਸੂਬੇ ਜਿਹੜੇ ਨੇ ਉੱਥੇ ਰੂਸੀ ਬੋਲਣ ਵਾਲੇ ਬੰਦੇ ਜ਼ਿਆਦਾ ਨੇ, ਰੂਸੀਆਂ ਦੇ ਪਾਸਪੋਰਟ ਨੇ, ਉਹਨਾਂ ਦੀ ਭਾਸ਼ਾ ਦਾ ਸਵਾਲ ਹੈ ਉੱਥੇ। ਉਹਨਾਂ ਨੇ ਉੱਥੇ ਆਪਣੀ ਆਜ਼ਾਦੀ ਦੀ ਲੜਾਈ ਸ਼ੁਰੂ ਕਰਤੀ।
ਉਹ ਕਾਫੀ ਅੱਗੇ ਵਧ ਗਏ ਇਸ ਗੱਲ 'ਚ ਵੀ ਡੈਮੋਕ੍ਰੇਟਿਕ ਤੇ ਫਲਾਣਾ। ਉਹਦੇ 'ਚ ਰੂਸ ਨੇ ਉਹਨਾਂ ਦੀ ਮਦਦ ਕਰੀ ਆ ਵੀ ਤੁਸੀਂ ਠੀਕ ਆਪਦੀ ਆਜ਼ਾਦੀ ਲਓ, ਉਹ ਆਜ਼ਾਦ ਕਿਸਮ ਦਾ ਹੋ ਹੀ ਗਏ ਨੇ। ਅਤੇ ਉਹਦੇ ਜਦ ਇਹਦੀਆਂ ਫੌਜਾਂ ਗਈਆਂ ਨੇ, ਉੱਥੋਂ ਦੀ ਪਾਈਪਲਾਈਨ ਜਾ ਰਹੀ ਹੈ ਰੂਸ ਦੀ, ਅਤੇ ਰੂਸ ਨੂੰ ਲੋਸ ਬੜਾ ਹੁੰਦਾ, ਇਹਦੇ ਨਾਲ ਨੁਕਸਾਨ ਬੜਾ ਹੋ ਰਿਹਾ। ਅਤੇ ਰੂਸ ਨੇ ਉੱਥੇ ਰੁਕਿਆ ਨਹੀਂ, ਕਿਉਂਕਿ ਹੈਜਮਨਿਸਟਿਕ ਵੀ ਕਬਜ਼ਾ ਕਰਨ ਦੀ ਤਾਂ ਰੂਸ ਦੀ ਵੀ ਭਾਵਨਾ ਹੀ ਹੈ। ਉਹ ਰੁਕਿਆ ਨਹੀਂ, ਉਹ ਵੈਸਟ ਵੱਲ ਵੀ ਚੰਗਾ ਫਿਰ ਤੁਸੀਂ ਕਿਸੇ ਦੀ ਉਂਗਲ 'ਤੇ ਚੜ੍ਹਨਾ, ਹੁਣ ਚੱਲ ਦੇਖੀ ਜਾਊਗੀ। ਉਹਦੇ ਉੱਤੇ ਪਹਿਲਾਂ ਤਾਂ ਇਹ ਰਹੇ ਆਕੜ 'ਚ ਇਹਨਾਂ ਨੂੰ ਇਹ ਸੀਗਾ ਯੂਕਰੇਨ ਦੇ ਪ੍ਰੈਜ਼ੀਡੈਂਟ ਨੂੰ ਵੀ ਅਮਰੀਕਾ ਨੇ ਤਾਂ ਸਾਨੂੰ ਪੂਰੇ ਭੇਜ ਦਿੰਦੇ ਹਵਾਈ ਜਹਾਜ਼, ਬੰਬਰ ਹਵਾਈ ਜਹਾਜ਼, ਇਹ ਰੂਸ ਦਾ ਕਿੱਥੇ ਖੜ੍ਹ ਜਾਊ ਸਾਡੇ ਕੋਲੇ। ਜਿਵੇਂ ਤੁਸੀਂ ਕਿਹਾ ਹੀ ਹੈ ਵੀ ਨਾਟੋ ਦੀਆਂ ਫੌਜਾਂ ਆ ਕੇ ਸਾਡੇ ਨਾਲ ਬਹਿ ਜਾਣਗੀਆਂ, ਉਹ ਭੱਜ ਗਏ ਫਿਰ ਮੁੜ ਕੇ, ਕਹਿੰਦੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ। ਹੁਣ ਉਹਨਾਂ ਨੂੰ ਉਹਨਾਂ ਦਾ ਇੰਟਰਸਟ ਕਿੱਥੇ ਹੈ, ਇਹ ਰੂਸ ਨੂੰ ਵੀ ਪਤਾ ਹੈ, ਚੀਨ ਨੂੰ ਵੀ ਪਤਾ ਹੈ, ਅਮਰੀਕਾ ਨੂੰ ਵੀ ਪਤਾ ਹੈ ਵੀ ਜੰਗ 'ਚੋਂ ਨਿਕਲਣਾ ਕੁਛ ਨਹੀਂ। ਇਸ ਕਰਕੇ ਦੂਜੇ ਦੇਸ਼ਾਂ ਨੂੰ ਜੰਗ ਲਵਾਉਂਦੇ ਨੇ, ਆਪਦੇ ਦੇਸ਼ ਨਹੀਂ ਲਵਾਉਂਦੇ। ਹਥਿਆਰ ਦੂਜੇ ਦੇਸ਼ਾਂ ਨੂੰ ਵੇਚਦੇ ਨੇ। ਉਹ ਯੂਕਰੇਨ ਉਹਦੇ ਟੇਟੇ ਚੜ੍ਹ ਗਿਆ। ਜਦੋਂ ਚੜ੍ਹ ਗਿਆ ਅਤੇ ਜਦ ਜਮਾ ਫਸ ਗਿਆ, ਹੁਣ ਫਸਣ ਤੋਂ ਬਾਅਦ ਉਹ ਕਹਿੰਦੇ ਨਹੀਂ ਅਸੀਂ ਦੇਖੋ ਇਹਨਾਂ 'ਤੇ ਆਰਥਿਕ ਪਾਬੰਦੀ ਲਾ ਦਿੱਤੀ, ਹਥਿਆਰ ਸੂ ਤੱਕ ਕਿਹੜੇ ਵੇਚਣ ਜੋ ਵੀ। ਫਿਰ ਕਹਿੰਦੇ ਅਸੀਂ ਤੁਹਾਨੂੰ ਕਰਜ਼ਾ ਹੋਰ ਦੇ ਦਿੰਦੇ ਹਾਂ, ਪੈਸਾ ਹੋਰ ਦੇ ਦਿੰਦੇ ਹਾਂ, ਅਮਰੀਕਾ ਨੇ ਪਾਸ ਕਰਿਆ। ਫਿਰ ਕਹਿੰਦੇ ਹੁਣ ਅਸੀਂ ਇਹਨਾਂ 'ਤੇ ਸੌਫਟਵੇਅਰ ਦੀ ਵੀ ਪਾਬੰਦੀ ਲਾ ਦਿੱਤੀ। ਅਤੇ ਅੱਜ ਦੀ ਖਬਰ ਹੈ ਵੀ ਉਹਨਾਂ ਦੀ ਕਰੰਸੀ ਦੇ ਉੱਤੇ ਵੀ ਪਾਬੰਦੀ ਲਾ ਰਹੇ ਨੇ, ਉਹਦੀ ਆਦਾਨ ਪ੍ਰਦਾਨ 'ਤੇ। ਹੁਣ ਇਹਨਾਂ ਪਾਬੰਦੀਆਂ ਨਾਲ ਤਾਂ ਗੱਲ ਨਹੀਂ ਨਾ ਚੱਲਦੀ, ਇਹਨਾਂ ਨਾਲ ਤਾਂ ਦੂਜਿਆਂ ਦਾ ਲੋਸ ਹੁੰਦਾ, ਬਸ ਉਹ ਸਾਰੀ ਦੁਨੀਆ ਦਾ ਹੁੰਦਾ। ਬਲਕਿ ਇਸ ਜੰਗ ਕਰਕੇ ਅਮਰੀਕਾ ਸਾਰੀ ਦੁਨੀਆ ਨੂੰ ਸਬਕ ਸਿਖਾ ਰਿਹਾ ਇਹ ਜਿਹੀਆਂ ਪਾਬੰਦੀਆਂ ਲਾ ਕੇ, ਕਿਉਂਕਿ ਰੂਸ ਨਾਲ ਤਾਂ ਬਥੇਰਿਆਂ ਦਾ ਵਪਾਰ ਹੈ, ਭਾਰਤ ਦਾ ਵੀ ਬਥੇਰਾ, ਅਮਰੀਕਾ ਨਾਲ ਵੀ ਹੈ, ਅਤੇ ਜਾਣਾ ਆਉਣਾ ਵੀ ਔਖਾ ਕਰ ਰਿਹਾ। ਸੋ ਜਿਹੜਾ ਅਮਰੀਕਾ ਆਪਦੇ ਹਿੱਤ ਵਾਸਤੇ ਪੂਰੀ ਦੁਨੀਆ ਨੂੰ ਤੰਗ ਕਰ ਰਿਹਾ, ਅਤੇ ਰੂਸ ਉਹ ਕਹਿੰਦਾ ਵੀ ਤੈਨੂੰ ਮੈਂ ਦਖਲਅੰਦਾਜ਼ੀ ਨਹੀਂ ਕਰਨ ਦੇਣੀ, ਕਿਉਂਕਿ ਮੇਰਾ ਤਾਂ ਤੂੰ ਰਸਤੇ ਰੋਕ ਦੇਂਗਾ। ਫਿਰ ਜਦ ਕੋਈ ਕਿਸੇ ਦਾ ਰਸਤਾ ਰੋਕਦਾ ਹੋਵੇ ਤਾਂ ਲੜਾਈ ਹੋਣੀ ਹੈ। ਇਹ ਗੱਲ ਤੁਸੀਂ ਸਹੀ ਕਹੀ ਆ। ਅੱਜ ਤੱਕ ਦੁਨੀਆ ਦੇ ਵਿੱਚ ਜੰਗ ਦੇ ਮੈਦਾਨ 'ਚ ਇੱਕ ਵੀ ਫੈਸਲਾ ਨਹੀਂ ਹੋਇਆ, ਫੈਸਲੇ ਟੇਬਲ 'ਤੇ ਬੈਠ ਕੇ ਹੋਏ ਨੇ। ਜੇ ਅਸੀਂ ਪੰਜਾਬ ਦੀ ਉਦਾਹਰਨ ਲਈਏ, ਨਾ ਅਨੰਦਪੁਰ ਸਾਹਿਬ ਦੇ ਵਿੱਚ ਫੈਸਲਾ ਹੋਇਆ ਸੀ, ਨਾ ਚਮਕੌਰ ਦੀ ਗੜੀ 'ਚ ਫੈਸਲਾ ਹੋਇਆ ਸੀ, ਨਾ ਖਦਰਾਣੇ ਦੀ ਢਾਬ 'ਤੇ ਫੈਸਲਾ ਹੋਇਆ ਸੀ। ਫੈਸਲੇ ਵਾਸਤੇ ਔਰੰਗਜ਼ੇਬ ਨੇ ਚਿੱਠੀ ਲਿਖੀ ਕਿ ਆਓ ਆਪਾਂ ਬੈਠ ਕੇ ਗੱਲ ਕਰੀਏ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਉਹਦੇ ਜਵਾਬ 'ਚ ਲਿਖਿਆ ਵੀ ਤੂੰ ਵਾਰ-ਵਾਰ ਕਹਿ ਕੇ ਮੁੱਕਰ ਜਾਂਦਾ, ਅਤੇ ਇਸ ਕਰਕੇ ਫੈਸਲਾ ਨਹੀਂ ਹੋ ਰਿਹਾ। ਨਹੀਂ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਫੈਸਲਾ ਕਰਨ 'ਚ, ਹੈ ਵੀ ਤੂੰ ਤਾਂ ਸੌਂਹਾਂ ਖਾ ਕੇ ਮੁੱਕਰ ਜਾਂਦਾ। ਜਾਣੀ ਕਿ ਫੈਸਲਾ ਉਸ ਵਕਤ ਵੀ, ਅੱਜ ਤੋਂ ਜੇ 400 ਸਾਲ ਪਹਿਲਾਂ ਦੀ ਗੱਲ ਕਰੀਏ ਆਪਾਂ, ਉਦੋਂ ਵੀ ਮੈਦਾਨੇ ਜੰਗ 'ਚ ਹੋਣ ਦੀ ਬਜਾਏ ਟੇਬਲ 'ਤੇ ਹੋਣਾ ਸੀ। ਔਰ ਗੁਰੂ ਸਾਹਿਬ ਗਏ ਨੇ ਫੈਸਲੇ ਵਾਸਤੇ, ਜ਼ਫਰਨਾਮਾ ਭੇਜਿਆ ਉਹਨਾਂ ਨੂੰ। ਸੋ ਸਾਡਾ ਇਤਿਹਾਸ, ਪੂਰੀ ਦੁਨੀਆ ਦਾ ਹੀ ਇਤਿਹਾਸ ਇਹੀ ਆ। ਪਹਿਲੀ ਦੁਨੀਆ ਜੰਗ ਹੋਈ, ਦੂਜੀ ਜੰਗ ਹੋਈ, ਉਹ ਮੈਦਾਨੇ ਜੰਗ 'ਚ ਥੋੜ੍ਹਾ ਸਮਝੌਤੇ ਹੋਏ ਨੇ, ਸਮਝੌਤੇ ਤਾਂ ਬੈਠ ਕੇ ਹੋਏ ਨੇ। ਆ ਬੰਗਲਾਦੇਸ਼ ਦੀ ਵਾਰ ਹੋਈ, ਉਹਦੇ 'ਚ ਇਹ ਥੋੜ੍ਹਾ ਸੀ ਬੰਗਲਾਦੇਸ਼ ਦੀ ਵਾਰ ਉੱਤੇ ਲਾਈਨ ਆਫ ਕੰਟਰੋਲ ਦੇ ਉੱਤੇ ਕੋਈ ਫੈਸਲਾ ਹੋਇਆ, ਉੱਥੇ ਤਾਂ ਹਥਿਆਰ ਸਟਾਏ ਗਏ ਨੇ, ਫੈਸਲਾ ਤਾਂ ਬੈਠ ਕੇ ਟੇਬਲ 'ਤੇ ਹੋਇਆ। ਸੋ ਹਮੇਸ਼ਾ ਲੜਾਈ ਦਾ ਜਿਹੜੀਆਂ ਹੜਤਾਲਾਂ ਹੁੰਦੀਆਂ ਨੇ, ਇਹਦਾ ਵੀ ਟੇਬਲ ਟਾਕ ਹੋ ਕੇ ਹੁੰਦਾ ਹੈ। ਜਿਸ ਤਰ੍ਹਾਂ ਇੱਕ ਅਹਿਮ ਸਵਾਲ ਅਮਰੀਕਾ ਬਾਰੇ, ਕਹਿੰਦੇ ਵੀ ਅਮਰੀਕਾ ਨਾਲ ਨਾ ਦੁਸ਼ਮਣੀ ਚੰਗੀ ਤੇ ਨਾ ਹੀ ਦੋਸਤੀ ਚੰਗੀ। 1971 ਦੀ ਵੀ ਆਪਾਂ ਜ਼ਿਕਰ ਆਉਂਦਾ ਕਿ ਜਦੋਂ ਅਮਰੀਕਾ ਨੇ ਸਾਥ ਨਹੀਂ ਦਿੱਤਾ ਭਾਰਤ ਦਾ, ਉਹ ਰੂਸ ਨੇ ਦਿੱਤਾ ਸੀ। ਅਤੇ ਵਾਕਈ ਲੱਗਦਾ ਜੀ ਅਮਰੀਕਾ ਹੀ ਇਸ ਜੰਗ ਦੀ ਜੜ੍ਹ ਹੈ। ਨਹੀਂ, ਇਹ ਤਾਂ ਸਾਹਮਣੇ ਦਿਖਦਾ ਹੈ। ਅਮਰੀਕਾ ਜਿਹੜਾ, ਇਹ ਦੇਖੋ ਅੱਜ ਕੱਲ੍ਹ ਚੀਨ ਅਤੇ ਰੂਸ ਵੀ ਬੜੇ ਕਬਜ਼ਾ ਕਰਨ ਵਾਲੇ ਬਣ ਗਏ ਨੇ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਪਰ ਜਿਹੜਾ ਅਮਰੀਕਨ, ਜਿਹੜਾ ਪੱਛਮੀ ਦੇਸ਼ ਨੇ ਕਬਜ਼ਾ ਕਰਨ 'ਚ, ਉਹ ਵਿਦਵਾਨ ਨੇ ਬੜੇ ਵੱਡੇ, ਡਾਕਟਰ ਸਵਰਾਜ ਸਿੰਘ, ਉਹਨਾਂ ਨੇ ਲਿਖਿਆ ਬੜਾ ਸੋਹਣਾ ਲੇਖ। ਇਹ ਜਿਹੜੇ ਪੱਛਮੀ ਦੇਸ਼ਾਂ ਦਾ ਤਾਂ ਬਿਲਕੁਲ ਹੀ ਮਨੁੱਖਤਾ ਨਾਲ ਸੰਬੰਧ ਨਹੀਂ, ਇਹ ਕਿਤੇ ਕੁਛ ਵੀ ਕਰ ਸਕਦੇ ਨੇ, ਅਤੇ ਇਹਨਾਂ ਨੇ ਥਾਂ ਥਾਂ 'ਤੇ ਲੜਾਈਆਂ ਕਰਾਈਆਂ ਨੇ। ਤਾਂ ਇਤਿਹਾਸ ਹੈ, ਇਹ ਕੁਛ ਅਸੀਂ ਥੋੜ੍ਹਾ ਕਹਿੰਦੇ ਆ। ਸੋ ਇਸ ਕਰਕੇ ਗੱਲ ਤੁਹਾਡੀ ਠੀਕ ਹੈ। ਇਹ ਕੀ ਕਰਦੇ ਨੇ, ਕਿਸੇ ਕਮਜ਼ੋਰ ਮੁਲਕ ਨੂੰ ਉਂਗਲ ਲਾ ਕੇ ਲੜਾਈ ਕਰਵਾਉਂਦੇ ਨੇ। ਉਹ ਸਾਡੇ ਮੁਲਕ 'ਚ ਬਥੇਰਾ ਕੁਛ ਕਰਦੇ ਨੇ, ਹੋਏ ਜਾਂ ਕਾਰਵਾਈਆਂ। ਇਹ ਨਹੀਂ ਕਿਸੇ ਨੂੰ ਸਮਝ ਆਉਂਦੀਆਂ ਤਾਂ ਗੱਲ ਵੱਖਰੀ ਹੈ। ਕਦੇ 71 ਦੀ ਗੱਲ ਛੱਡੋ, ਉਹ ਕਿਹੜਾ ਕਾਰਵਾਈਆਂ ਨਹੀਂ ਕਰਦੇ, ਜਾਂ ਰੋਜ਼ ਹੀ ਕਰਦੇ ਨੇ। ਇੱਥੇ ਉਹਨਾਂ ਦੇ ਬਥੇਰੇ ਏਜੰਟ ਰਹਿੰਦੇ ਨੇ। ਸੋ ਇਸ ਕਰਕੇ ਤੁਸੀਂ ਤਾਂ ਕਈ ਕੌਕਸ ਅਤੇ ਫਲਾਣਾ, ਤੁਸੀਂ ਤਾਂ ਕਹੋ ਕਈ ਕੁਛ ਕਿਹਾ, ਉਹ ਕੀ ਹੈ, ਉਹ ਦਖਲਅੰਦਾਜ਼ੀ ਹੈ। ਅਤੇ ਜਿਹੜੀ ਦਖਲਅੰਦਾਜ਼ੀ ਦਾ ਤਰੀਕਾ ਅਮਰੀਕਾ ਦਾ ਜ਼ਿਆਦਾ ਹੈ। ਅਮਰੀਕਾ ਅੱਜ ਕਿਉਂਕਿ ਹਾਰ ਰਿਹਾ, ਅਮਰੀਕਾ ਦੀ ਜਿਹੜੀ ਉਹ ਤਾਕਤ ਬਣ ਗਈ ਸੀ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ, ਉਹ ਕਹਿ ਲਓ ਵੀ 15 ਕੁ ਸਾਲ ਤੱਕ ਚੱਲੀ। 15 ਸਾਲ ਬਾਅਦ ਉਹਨੂੰ ਚੁਣੌਤੀ ਸ਼ੁਰੂ ਹੋ ਗਈ। 15 ਨਹੀਂ 25 ਸਾਲ, 2014-15 ਦੇ ਵਿੱਚ ਆ ਕੇ ਉਹਨੂੰ ਚੁਣੌਤੀ ਸ਼ੁਰੂ ਹੋ ਗਈ। ਹੁਣ ਉਹ ਜ਼ਿਆਦਾ ਚੁਣੌਤੀ ਲੱਗਦੀ ਹੈ ਉਹਨੂੰ। ਹੁਣ ਲੱਗਦਾ ਵੀ ਤਾਂ ਰੂਸ ਅਤੇ ਚੀਨ ਵੱਡੇ ਹੋ ਗਏ। ਹੁਣ ਚੀਨ ਨੇ ਸਿੱਧਾ ਤਾਂ ਨਹੀਂ ਕਰਿਆ, ਪਰ ਉਹਨੇ ਰੂਸ ਨੂੰ ਸਪੋਰਟ ਕਰਿਆ ਵੀ ਤੂੰ ਕਰ, ਕੋਈ ਗੱਲ ਨਹੀਂ, ਪਰਵਾਹ ਨਾ, ਮੈਂ ਤੇਰੇ ਨਾਲ। ਚੀਨ ਰੂਸ ਦੇ ਨਾਲ ਨਹੀਂ। ਇਸੇ ਕਰਕੇ ਜਿਹੜੀ UN ਸਿਕਿਉਰਿਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਭਾਰਤ ਨੇ ਵੋਟ ਨਹੀਂ ਪਾਈ, ਚੀਨ ਨੇ ਨਹੀਂ ਪਾਈ, ਅਤੇ ਸਾਊਦੀ ਅਰਬ ਨੇ ਨਹੀਂ ਪਾਈ। ਰੂਸ ਤਾਂ ਉਹਦੀ ਚੇਅਰ ਹੀ ਕਰਦਾ ਸੀ, ਉਹਨੇ ਤਾਂ ਪਾਈ ਨਹੀਂ, ਵੀਟੋ ਕਰਤੀ ਉਹਨੇ। ਸੋ ਇਸ ਕਰਕੇ ਜਿਹੜਾ ਵੱਡਾ ਸਵਾਲ ਸਾਡੇ ਸਾਹਮਣੇ ਆਉਂਦਾ ਹੈ
ਵੀ ਇਹ ਜਿਹੜੀ ਜੰਗ ਹੈ ਇਹ ਅਮਰੀਕਾ ਨੇ ਆਪਦੇ ਹਿੱਤਾਂ ਵਾਸਤੇ ਲਾਈ ਹੈ, ਇਹ ਕੋਈ ਯੂਕਰੇਨ ਦੇ ਹਿੱਤਾਂ ਵਾਸਤੇ ਨਹੀਂ ਹੈ। ਹੁਣ ਯੂਕਰੇਨ ਇਸੇ ਕਰਕੇ ਜਿਹੜਾ ਤੁਸੀਂ ਕਿਹਾ ਹੈ, ਠੀਕ ਹੈ, ਉਹ ਪ੍ਰੈਜ਼ੀਡੈਂਟ ਕਹਿੰਦਾ ਰੂਸ ਵਾਲ ਨੂੰ ਵੀ ਹੁਣ ਤੁਸੀਂ ਸਮਝੌਤਾ ਕਰ ਲਓ, ਜੰਗਬੰਦੀ ਕਰ ਲਓ। ਰੂਸ ਕਹਿੰਦਾ ਵੀ ਆਹ ਦੋ ਗੱਲਾਂ ਤੂੰ ਪਹਿਲਾਂ ਪਰ ਮੰਨ ਵੀ ਇੱਕ ਤਾਂ ਨਾਟੋ ਦੇ ਵਿੱਚ ਹਿੱਸਾ ਨਹੀਂ ਬਣੇਗਾ, ਇੱਕ ਤੂੰ ਯੂਰਪੀਅਨ ਯੂਨੀਅਨ ਦਾ ਹਿੱਸਾ ਨਹੀਂ ਬਣੇਗਾ, ਤੂੰ ਆਜ਼ਾਦ ਰਹੇਗਾ, ਆਜ਼ਾਦ ਰਹੇ, ਫਿਰ ਸਾਨੂੰ ਕੋਈ ਇਤਰਾਜ਼ ਨਹੀਂ। ਜੇ ਤੂੰ ਉਹਨਾਂ ਦਾ ਗੁਲਾਮ ਬਣਨਾ ਹੈ ਫਿਰ ਸਾਡੀ ਲੜਾਈ ਹੈ, ਕਿਉਂਕਿ ਉਹਨਾਂ ਦਾ ਗੁਲਾਮ ਬਣ ਕੇ ਤੂੰ ਸਾਨੂੰ ਖਰਾਬ ਕਰੇਗਾ। ਇਹ ਮੈਨੂੰ ਕੋਈ ਵੱਡੀ ਮਾੜੀ ਗੱਲ ਨਹੀਂ ਲੱਗਦੀ ਵੀ ਤੂੰ ਆਜ਼ਾਦ ਰਹਿ, ਤੂੰ ਆਪਣਾ ਆਜ਼ਾਦ ਰਹਿ ਕੇ ਕਰੀ ਜਾ ਜੋ ਕਰਨਾ। ਤੂੰ ਦੂਜੇ ਦੇ ਉਂਗਲ ਲਗਾਏ ਤੋਂ ਮੇਰੇ 'ਤੇ ਹਮਲਾ ਕਰੇਗਾ, ਫਿਰ ਮੈਂ ਤੈਨੂੰ ਨਹੀਂ ਛੱਡਾਂ, ਫਿਰ ਮੈਨੂੰ ਲੜਨਾ ਹੀ ਪਊਗਾ ਨਾ। ਸੋ ਇਸ ਕਰਕੇ ਉਹ ਇਹ ਕਹਿੰਦਾ, ਉਹ ਇਹ ਕਹਿੰਦਾ। ਇਹ ਜਿਹੜੀ ਜੰਗਬੰਦੀ ਆ, ਰੂਸ ਇਹ ਦਿਖਾ ਵੀ ਰਿਹਾ, ਅਮਰੀਕਾ ਨੂੰ ਵੀ ਦਿਖਾ ਰਿਹਾ। ਉਹ ਕਹਿੰਦੇ ਧੀਏ ਨਹੀਂ ਤੂੰ ਗੱਲ ਕਰ, ਤੇ ਨੂੰਹੇ ਨਹੀਂ ਤੂੰ ਕੰਨ ਕਰ। ਉਹ ਉਹਨਾਂ ਨੂੰ ਦਿਖਾ ਰਿਹਾ ਵੀ ਤੁਸੀਂ ਲਾਈ ਸੀ ਨਾ ਉਂਗਲ, ਆਓ ਫਿਰ ਹੁਣ। ਅਤੇ ਉਹ ਤਾਂ ਅੱਗੇ ਵਧਿਆ, ਨਹੀਂ ਆਹ ਦੋ ਸੂਬਿਆਂ ਤੋਂ ਬਾਅਦ ਉਹਨੇ ਵਧਣਾ ਨਹੀਂ ਸੀ। ਉਹ ਵਧਿਆ ਇਸ ਵਾਸਤੇ ਵੀ ਚੰਗਾ ਫਿਰ ਦੇਖੀ ਜਾਓ। ਹੁਣ ਉਹ ਫਸ ਗਏ ਉੱਥੇ, ਰਾਜਧਾਨੀ 'ਚ ਜੰਗ ਜਾ ਰਹੀ। ਰਾਜਧਾਨੀ ਦੇ ਵਿੱਚ ਜੰਗ ਗਈ ਹੋਈ ਦਾ ਇਹ ਹੋ ਗਿਆ ਕਿ ਅਮਰੀਕਾ ਨੇ ਇੱਥੇ ਤੱਕ ਇੱਕ ਕਿਸਮ ਦਾ ਗੋਡੇ ਟੇਕਣ ਵਾਲੀ ਗੱਲ ਹੀ ਕਰਤੀ। ਉਹਨੂੰ ਕਹਿੰਦੇ ਤੈਨੂੰ ਸੇਫ ਬਾਹਰ ਕੱਢ ਲੈਂਦੇ ਹਾਂ, ਸੁਰੱਖਿਅਤ ਬਾਹਰ ਕੱਢ ਲੈਣਾ। ਪ੍ਰੈਜ਼ੀਡੈਂਟ ਨੂੰ ਕਹਿੰਦੇ ਨੇ, ਪ੍ਰੈਜ਼ੀਡੈਂਟ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਉਹਦਾ ਅਮਰੀਕਾ ਦੀ ਕੀ ਚਾਲ ਹੈ ਵੀ ਜੋ ਆ ਕੇ ਅਸੀਂ ਅਮਰੀਕਾ 'ਚ ਬਿਠਾ ਲਾਂਗੇ, ਫਿਰ ਇੱਥੋਂ ਤੋੜ ਭੰਨੀਆਂ ਕਾਰਵਾਈਆਂ ਕਰੀ ਜਾਵੇ, ਨਾ ਮੁੜ ਕੇ ਪ੍ਰੈਜ਼ੀਡੈਂਟ ਰਹਿ ਸਕੇ, ਉਹ ਕਾਰਵਾਈਆਂ ਕਰਾਈਏ, ਇਹਦੀ ਮਜਬੂਰੀ ਬਣ ਜੇ। ਸਮਝ ਗਏ ਹੁਣ। ਸੋ ਇਸ ਉਹ ਕਹਿੰਦਾ ਉਹ ਸਿਆਣਾ ਨਿਕਲੇ ਇਸ ਗੱਲ 'ਚ। ਹੁਣ ਕਹਿੰਦਾ ਮੈਂ ਨਹੀਂ ਜਾਣਾ, ਮੈਂ ਤਾਂ ਉਰੀ ਦੇਖੀ ਜੋ ਹੁੰਦਾ। ਉਹ ਕਹਿੰਦਾ ਮੈਂ ਜਾਣਾ ਨਹੀਂ। ਸੋ ਹੁਣ ਇਹ ਇੰਡੀਆ ਦਾ ਇਹਦੇ 'ਚ ਰੋਲ ਮੈਂ ਕਹਾਂਗਾ ਜ਼ਿਆਦਾ ਚੰਗਾ ਸਾਰੀ ਦੁਨੀਆ ਦੇ ਮੁਕਾਬਲੇ। ਉਹ ਇਹ ਹੈ ਕਿ ਭਾਰਤ ਨੇ ਇੱਕ ਤਾਂ ਕਿਹਾ ਵੀ ਅਸੀਂ ਕਿਸੇ ਧਿਰ ਨਹੀਂ ਬਣਨਾ, ਔਰ ਭਾਰਤ ਅੱਜ ਤੱਕ ਧਿਰ ਬਣਿਆ ਵੀ ਨਹੀਂ ਕਦੀ, ਵੀ ਅਸੀਂ ਨਹੀਂ ਧਿਰ ਬਣਦੇ, ਨਾ ਅਸੀਂ ਉੱਧਰ ਹੱਕ ਪਾਈਏ, ਨਾ ਅਸੀਂ ਤਾਂ ਵੋਟ ਪਾਉਂਦੇ ਹੀ ਨਹੀਂ। ਦੂਜਾ ਭਾਰਤ ਨੇ ਕੋਸ਼ਿਸ਼ ਕਰੀ ਹੈ, ਕਿਉਂਕਿ ਰੂਸ ਨਾਲ ਵੀ ਚੰਗੇ ਸੰਬੰਧ ਨੇ, ਭਾਰਤ ਨੇ ਪਬਲਿਕਲੀ ਕਿਹਾ ਵੀ ਇਹ ਜੰਗ ਇਹਦਾ ਹੱਲ ਨਹੀਂ ਹੈ, ਬੈਠ ਕੇ ਟੇਬਲ 'ਤੇ ਗੱਲ ਕਰੋ। ਜਦ ਕੋਈ ਦੋ ਬੰਦੇ ਲੜਦੇ ਹੋਣ, ਤੀਜਾ ਕਹਿੰਦਾ ਨਹੀਂ ਯਾਰ ਤੁਸੀਂ ਬੈਠ ਕੇ ਗੱਲ ਕਰੋ, ਇਹ ਚੰਗੀ ਗੱਲ ਹੁੰਦੀ ਹੈ। ਭਾਰਤ ਨੇ ਇਹ ਗੱਲ ਕਹੀ ਹੈ, ਡਟ ਕੇ ਕਹੀ ਹੈ ਕਿ ਟੇਬਲ 'ਤੇ ਗੱਲ ਹੋਏਗੀ, ਐਂ ਨਹੀਂ ਚੱਲਣਾ ਜੰਗ ਨਾਲ ਨਹੀਂ। ਤੀਜੀ ਗੱਲ ਉਹਦੇ ਵਾਸਤੇ ਯਤਨ ਕਰੇ ਨੇ। ਸਾਡੇ ਮੰਤਰੀ ਨੇ ਗੱਲ ਕਰੀ ਹੈ ਰੂਸ ਦੇ ਮੰਤਰੀ ਨਾਲ, ਵੀ ਜਿਵੇਂ ਹੁੰਦਾ ਵੀ ਮੈਂ ਤੈਨੂੰ ਜਾਣਦਾ, ਮੈਂ ਕਿਹਾ ਯਾਰ ਤੂੰ ਮੁੰਡੇ ਦਾ ਨਾ ਕਰ, ਆਪਦਾ ਇਨਫਲੂਐਂਸ ਵਰਤਿਆ। ਉਹ ਇਨਫਲੂਐਂਸ ਵਰਤਣ ਦੀ ਕੋਸ਼ਿਸ਼ ਕਰੀਏ ਵੀ ਯੂਕਰੇਨ ਨਾਲ ਸਮਝੌਤਾ ਸਮਝੌਤਾ ਕਰ ਲਓ, ਕਾਹਨੂੰ ਤੁਸੀਂ ਉਹਨਾਂ ਨਾਲ ਉਹ ਪਾਇਆ। ਸੋ ਭਾਰਤ ਨੇ ਇੱਕ ਪੋਜ਼ੀਟਿਵ ਸਟੈਂਡ ਲਿਆ ਕਿ ਜੰਗਬੰਦੀ ਹੋਣੀ ਚਾਹੀਦੀ ਹੈ। ਜੰਗਬੰਦੀ ਦੇ ਵਿੱਚ ਰੂਸ ਨੂੰ, ਕਿਉਂਕਿ ਰੂਸ ਦੇ ਭਾਰਤ ਦਾ ਇਨਫਲੂਐਂਸ ਹੈਗਾ, ਰੂਸ ਦਾ ਭਾਰਤ 'ਤੇ ਹੈਗਾ, ਅਮਰੀਕਾ ਦਾ ਵੀ ਭਾਰਤ 'ਤੇ ਹੈਗਾ, ਭਾਰਤ ਦਾ ਅਮਰੀਕਾ 'ਤੇ। ਪਰ ਭਾਰਤ ਨੂੰ ਪਤਾ ਵੀ ਅਮਰੀਕਾ ਨੇ ਤਾਂ ਸਾਡੀ ਮੰਨਣੀ, ਕੋਈ ਤਾਂ ਟੇਢੀ ਜੰਗ ਕਰ ਰਿਹਾ, ਉਹ ਸਿੱਧੀ ਕਰ ਹੀ ਨਹੀਂ ਰਿਹਾ। ਰੂਸ ਸਿੱਧੀ ਕਰ ਰਿਹਾ, ਇਸ ਕਰਕੇ ਰੂਸ ਨੂੰ ਕਿਹਾ ਵੀ ਤੁਸੀਂ ਸਮਝੌਤਾ ਕਰੋ, ਔਰ ਪਬਲਿਕਲੀ ਕਿਹਾ ਵੀ ਜੰਗ ਬੰਦ ਹੋਣੀ ਚਾਹੀਦੀ ਹੈ। ਇਹ ਸਾਡਾ ਪਬਲਿਕ ਸਟੈਂਡ ਹੈ ਵੀ ਨਿਊਕਲੀਅਰ ਵਾਰ ਨਹੀਂ ਹੋਣੀ। ਜੋ ਤੁਸੀਂ ਕਿਹਾ ਵੀ ਨਿਊਕਲੀਅਰ ਵਾਰ, ਪਰਮਾਣੂ ਹਥਿਆਰ ਬਿਲਕੁਲ ਨਹੀਂ ਹੋਣੇ ਚਾਹੀਦੇ ਸੰਸਾਰ 'ਚ, ਐਵੇਂ ਇਹ 'ਤੇ ਪੈਸਾ ਵੇਸਟ ਕਰਨਾ, ਸਾਡਾ ਸਟੈਂਡ ਹੈ ਭਾਰਤ ਦਾ। ਸੋ ਅਸੀਂ ਠੀਕ ਹੈ। ਅੱਛਾ ਸਰ, ਹੁਣ ਇੱਕ ਸਟੇਟਮੈਂਟ ਹੋਰ ਆਈ ਸੀ ਰੂਸ ਦੀ, ਜਿਸ ਵਿੱਚ ਉਹ ਕਹਿ ਰਹੇ ਸੀ ਕਿ ਭਾਰਤ ਇਸ ਚੀਜ਼ ਤੋਂ ਦੂਰ ਰਵੇ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਹੋਵੇ। ਇਹ ਵੋਟ ਤੋਂ ਪਹਿਲਾਂ ਜ਼ਿਕਰ ਕੀਤਾ ਗਿਆ। ਨਹੀਂ ਇਹ ਪਤਾ ਕੀ ਹੈ, ਕਈ ਵਾਰ ਨਾ ਦੂਜਿਆਂ ਦੀਆਂ ਸਟੇਟਮੈਂਟ ਨਾਲ ਹੋਰ ਵੀ ਮੈਂ ਇੱਥੇ ਪੜ੍ਹ ਰਿਹਾ ਸੀ ਵੀ ਕਿਸੇ ਨੇ, ਉਹਨਾਂ ਨੇ ਕਿਹਾ ਯੂਕਰੇਨ ਵਾਲਿਆਂ ਨੇ, ਕਿਸੇ ਨੇ ਕਿ ਜੀ ਰੂਸ ਦੀਆਂ ਤਾਂ ਫੌਜਾਂ ਨੇ ਹਥਿਆਰ ਸੁੱਟਦੇ ਸਾਡੇ ਸਾਹਮਣੇ। ਇਹ ਵੀ ਕਿਹਾ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਸਾਨੂੰ ਇੱਥੇ ਲੜਨ ਭੇਜਿਆ ਜਾ ਰਿਹਾ। ਕੋਈ ਫੌਜੀ ਨੂੰ ਪੁੱਛੋ ਵੀ ਤੂੰ ਲੜਨ ਜਾਣਾ, ਹੋਰ ਤੂੰ ਤੈਨੂੰ ਭੇਜਿਆ ਕਾਹਦੇ ਵਾਸਤੇ ਜਾ ਰਿਹਾ ਉੱਥੇ। ਸੋ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਰੂਸ ਭਾਰਤ ਨੂੰ ਬਿਲਕੁਲ ਹੀ ਧਮਕੀ ਦੇਣਾ ਰੂਸ ਦੇ ਨਾ ਹੱਥ 'ਚ ਹੈ, ਨਾ ਉਹਦੇ ਹੱਕ 'ਚ ਹੈ, ਨਾ ਉਹ ਦੇਵੇਗਾ। ਵਪਾਰ ਹਥਿਆਰ ਦਾ ਨਹੀਂ ਵਪਾਰ ਹੈ ਹਥਿਆਰਾਂ। ਹੁਣ ਸਾਨੂੰ ਨੁਕਸਾਨ ਕੀ ਹੋ ਰਿਹਾ? ਉਹਨਾਂ ਨੇ ਕਹਿਤਾ ਸੀ ਸੌਫਟਵੇਅਰ, ਜਿਹੜਾ ਸੌਫਟਵੇਅਰ ਹੈ ਉਹ ਅਮਰੀਕਾ 'ਚੋਂ ਲੈਂਦਾ ਰੂਸ, ਫਿਰ ਉਹ ਬਣਾਉਂਦਾ ਹਥਿਆਰ, ਉਹਦੇ ਹਥਿਆਰ ਅਸੀਂ ਖਰੀਦਦੇ ਹਾਂ। ਹੁਣ ਸਾਡੇ ਕੋਲ ਹਥਿਆਰ ਆਉਣੇ ਬੰਦ ਹੋ ਜਾਣਗੇ। ਇਹਦੇ ਏਵਜ 'ਚ ਹੀ ਭਾਰਤ ਨੇ ਕਿਹਾ, ਪ੍ਰਧਾਨ ਮੰਤਰੀ ਜੀ ਨੇ ਕੱਲ੍ਹ ਬਿਆਨ ਦਿੱਤਾ ਵੀ ਸਾਨੂੰ ਆਪਦੇ ਹਥਿਆਰ ਆਪੇ ਬਣਾਉਣੇ ਪੈਣਗੇ, ਆਤਮ ਨਿਰਭਰ ਹੋਣਾ ਪਊ। ਇਹ ਪੋਜ਼ੀਟਿਵ ਗੱਲ ਹੈ ਵੀ ਠੀਕ ਹੈ, ਕਾਹਨੂੰ ਖਰੀਦਣੇ ਨਹੀਂ ਸੀ ਕਿਸੇ ਤੋਂ, ਅਸੀਂ ਆਪਦੇ ਆਪ ਹੀ ਬਣਾ ਲਈਏ। ਦੂਜਾ ਉਹਦੇ ਵਿੱਚ ਇਹ ਹੋਇਆ ਵੀ ਭਾਰਤ ਨੂੰ ਨੁਕਸਾਨ ਹੋ ਰਿਹਾ, ਬਾਕੀ ਦੁਨੀਆ ਨੂੰ ਵੀ ਹੋ ਰਿਹਾ। ਆਹ ਭਾਅ ਕਿੰਨੇ ਵੱਧ ਗਏ? ਜਦ ਪੈਟਰੋਲ, ਸਭ ਤੋਂ ਜ਼ਿਆਦਾ ਪੈਟਰੋਲ ਡੀਜ਼ਲ ਰਸ਼ੀਆ ਦੇ ਰਿਹਾ ਲੋਕਾਂ ਨੂੰ, ਉੱਥੋਂ ਦੀ ਉਹਦੀ ਪਾਈਪਲਾਈਨ ਬੰਦ ਕਰਤੀ, ਹੋਰ ਕਰਤਾ, ਉਹ ਸਾਰਾ ਭਾਅ ਦੁਨੀਆ ਦੇ ਵਿੱਚ ਡੀਜ਼ਲ ਦੇ ਹੁਣ $100 $100 ਪਰ ਬੈਰਲ 'ਤੇ ਚਲਾ ਗਿਆ, $100 'ਤੇ ਚਲਾ ਗਿਆ। ਜਦ $80 ਸੀ ਉਦੋਂ ਤਾਂ $110 ਵਿਕਦਾ ਸੀ। 100 'ਤੇ ਕਿੰਨੇ 'ਚ ਵਿਕੂਗਾ? ਚੋਣਾਂ ਯੂਪੀ ਦੀਆਂ ਜਦ ਖਤਮ ਹੋਈਆਂ, ਤੁਸੀਂ ਦੇਖੋ ਭਾਅ ਕਿੱਥੇ ਜਾਂਦਾ ਪੈਟਰੋਲ ਦਾ, ਡੀਜ਼ਲ ਦਾ। ਫਿਰ ਉਹਨਾਂ ਸਾਰੀਆਂ ਚੀਜ਼ਾਂ, ਕਿਉਂਕਿ ਪੈਟਰੋਲ ਡੀਜ਼ਲ ਰਾਹੀਂ ਸਾਰੀ ਟੋਟ ਹੋਈ ਹੁੰਦੀ ਹੈ। ਫਿਰ ਇਕੱਲੀ ਪੈਟਰੋਲ ਡੀਜ਼ਲ ਰਾਹੀਂ ਟੋਟ, ਇੱਕ ਤਾਂ ਸਿੱਧਾ ਰਸਤਾ ਹੈ, ਇੱਕ ਟੇਢਾ ਰਸਤਾ ਹੈ।
ਹੁਣ ਆਪਾਂ ਉਰੋਂ ਦਿੱਲੀ ਜਾਣਾ ਹੋਵੇ, ਕਿੱਥੇ ਤਾਂ ਵਾਇਆ ਕਰਨਾਲ ਚਲੇ ਜਾਈਏ, ਕਿੱਥੇ ਇੱਥੋਂ ਪਹਿਲਾਂ ਜਾਈਏ ਬਠਿੰਡੇ ਤੋਂ ਡੱਬਾ ਵਾਲੀ ਤੋਂ ਸਰਸਾ ਹੋ ਕੇ ਫਿਰ ਦਿੱਲੀ ਜਾਈਏ, ਉਹ ਮਹਿੰਗਾ ਨਹੀਂ ਪਊਗਾ। ਬਿਨਾਂ ਮਤਲਬ ਜੇ ਇੱਧਰ ਰੋਕ ਹੋ ਜੇ, ਸੜਕ ਰੁਕ ਜੇ ਤਾਂ ਸਾਨੂੰ ਲੰਬਾ ਜਾਣਾ ਪਊ ਤਾਂ ਹੋਰ ਖਰਚਾ ਜ਼ਿਆਦਾ ਪਊ, ਟਾਈਮ ਜ਼ਿਆਦਾ ਲੱਗੂ। ਉਹਦੇ ਉੱਤੇ ਜੇ ਟਾਈਮ ਜ਼ਿਆਦਾ ਲੱਗਦਾ ਹੈ, ਖਰਚਾ ਜ਼ਿਆਦਾ ਲੱਗਦਾ ਤਾਂ ਚੀਜ਼ਾਂ ਮਹਿੰਗੀਆਂ ਹੋਣਗੀਆਂ। ਜਿਹੜਾ ਟਰੱਕ ਇੱਧਰ ਦੀ ਘੁੰਮ ਕੇ ਜਾਏਗਾ ਆਲੂਆਂ ਦਾ ਜਾਂ ਟਮਾਟਰਾਂ ਦਾ ਦਿੱਲੀ ਦੇ ਵਿੱਚ, ਅਤੇ ਉਹ ਫਿਰ ਉੱਥੇ ਭਾਅ ਜ਼ਿਆਦਾ ਮਹਿੰਗੇ ਵਿਕਣਗੇ। ਇੱਧਰ ਦੀ ਤਾਂ ਸਸਤਾ, ਕਿਉਂਕਿ ਇੱਧਰ ਦੀ 250 ਕਿਲੋਮੀਟਰ, ਉੱਧਰ ਦੀ ਜਾ ਕੇ 400-500 ਕਿਲੋਮੀਟਰ, ਦੁੱਗਣਾ ਟਾਈਮ ਦੁੱਗਣਾ। ਸੋ ਸਾਡੀਆਂ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ। ਚੀਜ਼ਾਂ ਦੀ ਥੁੜ ਪੈਦਾ ਹੋ ਸਕਦੀ ਹੈ ਥੋੜ੍ਹੀ ਘਣੀ, ਹਾਲਾਂਕਿ ਇੰਡੀਆ 'ਚ ਬਹੁਤ ਕੁਛ ਹੈਗਾ ਹੈ, ਜੇ ਬਾਹਰੋਂ ਨਾ ਵੀ ਆਵੇ ਤਾਂ ਇੰਨੀ ਥੁੜ ਨਹੀਂ ਪੈਦਾ ਹੁੰਦੀ, ਪਰ ਫਿਰ ਵੀ ਹੋ ਸਕਦੀ ਹੈ, ਕੋਈ ਵੱਡੀ ਗੱਲ ਨਹੀਂ ਹੈ। ਅੱਛਾ, ਹੁਣ ਸਰ ਅਹਿਮ ਸਵਾਲ ਹੁੰਦਾ ਹੈ, ਠੀਕ ਹੈ, ਜੰਗ ਲੱਗੀ ਹੈ, ਚਾਹੇ ਆਪਣੇ ਦੇਸ਼ ਆਪਣੇ ਆਪ ਨੂੰ ਸੇਫ ਕਰਨ ਵਾਸਤੇ ਜੰਗ ਲੱਗੀ ਹੋਈ ਹੈ, ਆਮ ਲੋਕ ਉਸ ਵਿੱਚ ਮਾਰਦੇ ਨੇ। ਫਿਰ ਆਮ ਲੋਕ ਇਹੀ ਸਵਾਲ ਕਰਦੇ ਨੇ ਵੀ ਸਾਡਾ ਕੀ ਕਸੂਰ ਹੈ, ਵੀ ਸਾਡੇ ਆਪਦੇ ਮਰ ਗਏ। ਉੱਥੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਆ ਰਹੀਆਂ ਨੇ, ਯੂਕਰੇਨ ਦੇ ਜੋ ਪਰਿਵਾਰ ਉੱਥੇ ਰਹਿੰਦੇ ਨੇ, ਲੋਕ ਰਹਿੰਦੇ ਨੇ, ਉਹੀ ਕਰਦੇ ਨੇ ਵੀ ਸਾਡੇ 'ਚ ਕੀ ਕਸੂਰ ਹੈ। ਨਹੀਂ, ਕਸੂਰ ਲੋਕਾਂ ਦਾ ਕਿੱਥੇ ਹੁੰਦਾ? ਜੰਗ ਤਾਂ ਹਮੇਸ਼ਾ ਹੀ ਲੋਕਾਂ ਦੇ ਖਿਲਾਫ ਹੁੰਦੀ ਹੈ। ਜਦ ਦੋ ਝੋਟੇ ਭਿੜਦੇ ਨੇ ਉਦੋਂ ਫਸਲਾਂ ਹੀ ਮਾਰੀਆਂ ਜਾਂਦੀਆਂ ਨੇ, ਝੋਟਿਆਂ ਨੂੰ ਨਹੀਂ ਕੁਝ ਹੁੰਦਾ, ਇੱਕ ਦਰਦਿਆਂ ਦਾ ਮਾੜਾ ਮੋਟਾ ਸਿੰਘ ਹਿੱਲ ਜਾਂਦਾ। ਸੋ ਇਹ ਤਾਂ ਜਿਹੜੀ ਜੰਗ ਅਮਰੀਕਾ ਅਤੇ ਰੂਸ ਦੀ ਹੈ, ਅਤੇ ਯੂਕਰੇਨ ਪਹਿਲੀ ਗੱਲ ਤਾਂ ਉਹ 'ਚ ਸਭ ਤੋਂ ਵੱਡਾ ਨੁਕਸਾਨ ਉਠਾ ਰਿਹਾ, ਕਿਉਂਕਿ ਉਹਦੇ ਹੱਥ 'ਤੇ ਚੜ੍ਹ ਗਿਆ, ਅਤੇ ਦੂਜਾ ਹੁਣ ਬਾਕੀ ਦੁਨੀਆ ਉਹਦੇ 'ਚ ਤੰਗ ਹੋ ਰਹੀ ਹੈ। ਇਹ ਤਾਂ ਕੋਈ ਸ਼ੱਕ ਨਹੀਂ, ਉਹ ਤਾਂ ਠੀਕ ਗੱਲ ਹੈ ਤੁਹਾਡੀ, ਇਹ ਤਾਂ ਕੋਈ ਦੋ ਰਾਹ ਹੀ ਨਹੀਂ ਹੈ ਵੀ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਹੈ। ਪਰ ਜਿਹੜੇ ਲੋਕ ਇਸ ਗੱਲ ਦੇ ਉੱਤੇ ਚੱਲੇ ਹੋਏ ਨੇ ਵੀ ਭਾਰਤ ਨੂੰ ਐਂ ਕਰਨਾ ਚਾਹੀਦਾ ਸੀ, ਉਹ ਅਮਰੀਕਾ ਵਾਲੇ ਨੇ। ਜਿਹੜੇ ਅਮਰੀਕਾ ਦੇ ਬੰਦੇ ਨੇ ਉਹ ਕਹਿੰਦੇ ਨੇ ਭਾਰਤ ਨੇ ਠੀਕ ਸਟੈਂਡ ਨਹੀਂ ਲਿਆ। ਉਹ ਕਹਿੰਦੇ ਭਾਰਤ ਵੀ ਜੰਗ 'ਚ ਝੁਕੇ, ਜੰਗ 'ਚ ਇੱਕ ਪਾਸੇ ਜਾਵੇ। ਉਹ ਜੰਗ 'ਚ ਝੁਕਣਾ ਚਾਹੁੰਦੇ ਨੇ ਭਾਰਤ ਨੂੰ, ਵੀ ਅਮਰੀਕਾ ਦੇ ਉਹਦੇ ਹੱਕ 'ਚ ਖੜਾ ਹੋ ਕੇ ਤੂੰ ਵੀ ਇਹ ਕਰ। ਭਾਰਤ ਦੀ ਲੀਡਰਸ਼ਿਪ ਮੈਂ ਕਹਾਂਗਾ, ਤੁਹਾਨੂੰ ਪਤਾ ਮੈਂ ਕਿੰਨਾ ਕ੍ਰਿਟੀਸਾਈਜ਼ ਕਰਦਾ, ਪਰ ਇਸ ਗੱਲ ਦੇ ਉੱਤੇ ਮੈਨੂੰ ਬੜੀ ਸਿਆਣੀ ਲੱਗੀ ਹੈ ਵੀ ਅਸੀਂ ਲੈਣਾ ਕੀ ਹੈ ਯਾਰ, ਤੁਹਾਡੀ ਲੜਾਈ ਹੈ ਅਮਰੀਕਾ ਅਤੇ ਰੂਸ ਦੀ ਆਪਸ ਵਿੱਚ। ਯੂਕਰੇਨ ਆ ਉਹ ਤੁਹਾਡੇ ਹੱਥ 'ਤੇ ਚੜ੍ਹ ਗਿਆ ਸੀ ਕਿ ਤੁਹਾਡੇ ਟਿੱਟੇ ਚੜੀਏ। ਅਸੀਂ ਤਾਂ ਕਹਿੰਦੇ ਇਹਨੂੰ ਬੰਦ ਕਰੋ ਜੰਗ ਨੂੰ। ਇਹ ਸਭ ਤੋਂ ਵੱਡਾ ਸਟੈਂਡ ਹੈ ਭਾਰਤ ਦਾ, ਹੋਰ ਕਿਸੇ ਨੇ ਉੱਡਾ ਵੱਡਾ ਤਕੜਾ ਸਟੈਂਡ ਨਹੀਂ ਲਿਆ ਜਿੰਨਾ ਭਾਰਤ ਨੇ ਵੀ ਇਹਨੂੰ ਬੰਦ ਕਰੋ ਜੰਗ ਨੂੰ, ਇਹ ਟੇਬਲ 'ਤੇ ਬੈਠ ਕੇ ਸਮਝੌਤਾ ਕਰੋ। ਫਿਰ ਇਕੱਲਾ ਬੰਦ ਕਰੋ ਹੀ ਨਹੀਂ ਕਿਹਾ, ਰੂਸ ਨਾਲ ਗੱਲ ਕਰੀ ਹੈ ਇੱਥੋਂ ਦੇ ਮੰਤਰੀ ਜੀ ਨੇ ਕਿ ਵੀ ਇਹ ਕਰੋ ਕੁਛ, ਆਪਦੇ ਮੰਤਰੀ ਨਾਲ ਗੱਲ, ਉਹਨਾਂ ਦੇ ਕਾਊਂਟਰ ਪਾਰਟ ਨਾਲ ਵੀ ਇਹਦਾ ਕੁਛ ਕਰੋ ਹੱਲ। ਇਹ ਐਂ ਕਰ ਸਕਦੇ ਹੁੰਦੇ ਆਪਾਂ, ਹੋਰ ਕੀ ਕਰ ਸਕਦੇ ਹਾਂ। ਮੈਂ ਤੁਹਾਨੂੰ ਪਹਿਲਾਂ ਕਿਹਾ ਜਦ ਦੋ ਭੇਡ ਹੋਣ ਦੋ ਲੋਕਾਂ ਦੇ, ਉਦੋਂ ਦੋ ਲੋਕਾਂ ਦੇ ਭੇਡ 'ਚ ਤੀਜਾ ਬੰਦਾ ਜਿਹਨੂੰ ਜਾਣਦਾ ਉਹਨੂੰ ਵੱਧ ਤੋਂ ਵੱਧ ਇੰਨਾ ਹੀ ਕਹਿ ਸਕਦਾ ਵੀ ਯਾਰ ਇਹਨੂੰ ਖਤਮ ਕਰੋ, ਲੜਾਈ ਨਾ ਕਰੋ ਇਹਨੂੰ, ਹੈ। ਹੁਣ ਸਰ ਇੱਕ ਅਹਿਮ ਸਵਾਲ ਹੈ ਕਿ ਇਮਰਾਨ ਖਾਨ ਜੋ ਨੇ ਪਾਕਿਸਤਾਨ ਤੋਂ ਜਾ ਕੇ ਬੈਠ ਗਏ ਰੂਸ ਵਿੱਚ, ਚੀਨ ਸਪੋਰਟ ਕਰ ਰਿਹਾ ਰੂਸ ਨੂੰ, ਭਾਰਤ ਵੱਲੇ ਕੀ ਸੰਕੇਤ ਨੇ ਇਸ ਚੀਜ਼ ਦੇ? ਨਹੀਂ, ਇਹਦਾ ਕੋਈ ਮਤਲਬ ਨਹੀਂ ਹੈ। ਇਮਰਾਨ ਖਾਨ ਜਿੱਥੇ ਮਰਜ਼ੀ ਜਾ ਕੇ ਬੈਠੇ, ਪਾਕਿਸਤਾਨ ਦਾ ਜੇ ਉਹ ਪਾਕਿਸਤਾਨ ਨੂੰ ਇਹ ਭੁਲੇਖਾ ਨਾ ਵੀ ਰੂਸ ਉਹਨਾਂ ਦੀ ਮਦਦ ਕਰਕੇ ਭਾਰਤ 'ਤੇ ਹਮਲੇ ਕਰਵਾਏਗਾ, ਉਹ ਜਿੰਨੇ ਕੁ ਪਾਕਿਸਤਾਨ ਕਰਦਾ ਕਰੀ ਜਾਂਦਾ। ਪਹਿਲਾਂ ਅਮਰੀਕਾ ਨੇ ਵੀ ਬਥੇਰਾ ਜ਼ੋਰ ਲਾ ਲਿਆ। ਜਿਹੜੇ ਅੱਜ ਤੱਕ ਹਮਲੇ ਹੋਏ ਨੇ ਭਾਰਤ ਦੇ ਉੱਤੇ, ਉਹ ਅਮਰੀਕਾ ਨੇ ਕਰਵਾਏ ਨੇ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ। ਇੱਕ ਦੇ ਵਿੱਚ ਵੀ ਪਾਕਿਸਤਾਨ ਸਫਲ ਨਹੀਂ ਹੋਇਆ, ਕਿਸੇ ਵੀ ਇੱਕ 'ਚ। ਅਚਾਨਕ ਕਰਿਆ ਜਿਹੜਾ ਆਹ ਕਸ਼ਮੀਰ 'ਤੇ ਕਬਜ਼ਾ ਕਰ, ਉਹ ਅਚਾਨਕ ਕਰਿਆ ਸੀ। ਮੈਨੂੰ ਯਾਦ ਹੈ ਇਹਨਾਂ ਦੇ ਬੰਦੇ ਕਿਹਾ ਕਰਨ, ਜਦੋਂ ਮਿਜ਼ਾਈਲਾਂ ਲਾਤੀਆਂ ਸਾਡੇ ਵਾਲੇ ਨੇ ਧਰਤੀ 'ਚ, ਹੈ, ਅਤੇ ਉਹ ਜਦ ਜਾਣ ਉਹ ਪੈਰ ਦੇ ਉੱਤੇ ਉਹ ਪੜਾਕਾ ਪੈ ਜੇ, ਉਹ ਕਹਿੰਦੇ ਵੀ ਇਹ ਤਾਂ ਉਹ ਡੱਬਾ ਜਿਹਾ ਹੁੰਦਾ, ਅਤੇ ਉਹ ਕਹਿੰਦੇ ਵੀ ਇਹ ਤਾਂ ਧਰਤੀ 'ਚੋਂ ਬੰਬ ਨਿਕਲਦੇ ਨੇ। ਉਹਨੂੰ ਪਤਾ ਨਹੀਂ ਸੀ ਪਾਕਿਸਤਾਨੀਆਂ ਨੂੰ। ਉਹ ਪਹਿਲਾਂ ਥੱਲੇ ਆਈ ਜਾਂਦੇ, ਫਿਰ ਜਦ ਵਾਪਸ ਚੜ੍ਹਦੇ ਤਾਂ ਭੱਜਦੇ ਪਿੱਛੇ ਨੂੰ, ਤਾਂ ਫਿਰ ਗੜਬੜ ਹੋ ਜਾਂਦੀ ਸੀ ਉਹਨਾਂ ਦੀ, ਮਾਰੇ ਜਾਂਦੇ ਸੀ, ਕਿਉਂਕਿ ਉੱਥੇ ਮਾਈਨ ਕਹਿੰਦੇ ਨੇ ਉਹਨੂੰ, ਮਾਈਨਾਂ ਲਾਈਆਂ ਹੋਈਆਂ ਸੀ। ਇਸੇ ਤਰ੍ਹਾਂ ਹੀ ਫਿਰ ਇਹਨਾਂ ਨੇ ਕਰਿਆ ਜਿਹੜਾ 1965 'ਚ, ਤੁਹਾਨੂੰ ਤਾਂ ਪਤਾ ਨਹੀਂ, ਉਦੋਂ ਅਯੂਬ ਖਾਨ ਸੀ, ਇਹਨੂੰ ਕੋਲ ਪੈਟਨ ਟੈਂਕ ਸੀਗਾ, ਉਹਦੇ 'ਤੇ ਮਾਨ ਅਮਰੀਕਨ ਟੈਂਕ ਸੀ। ਉਹ 3000 ਫੁੱਟ 'ਤੇ ਗੋਲਾ ਸੁੱਟਦਾ ਸੀ। ਸਾਡੇ ਟੈਂਕ ਸੀ ਸੈਂਚੂਰੀਅਨ, ਉਹ 2200 ਫੁੱਟ 'ਤੇ ਸੁੱਟਦਾ ਸੀ ਗੋਲਾ। ਸੋ ਸਾਡਾ ਗੋਲਾ ਉਹਦੀ ਜਦ 'ਚ, ਸਾਡਾ ਟੈਂਕ ਉਹਦੀ ਜਦ ਜਾਂਦਾ ਤਾਂ ਗੋਲਾ ਸੁੱਟ ਸਕਦਾ ਸੀ। ਉਦੋਂ ਨੂੰ ਗੋਲਾ ਮਾਰ ਕੇ ਸ਼ੁਰੂ ਸਾਡੇ ਟੈਂਕ ਉਹਨੇ ਤਬਾਹ ਕਰੇ 2-3 ਦਿਨ ਲਗਾਤਾਰ ਹੀ। ਫਿਰ ਸਾਡੇ ਹੋਮੀ ਭਾਬਾ ਸੀਗੇ, ਉਹਨਾਂ ਨੇ ਗੋਲਾ ਬਣਾਇਆ ਉਹਨਾਂ ਦਿਨਾਂ ਜੰਗ 'ਚ ਹੀ। ਉਹ ਗੋਲਾ ਸੀ ਵੀ ਦੂਰੋਂ ਗਿਰ ਕੇ ਘੁੰਮਦਾ ਉਹਦੀ ਚੱਦਰ ਦੇ ਟੈਂਕ ਦੇ ਉੱਤੇ ਗਿਰਦਾ ਸੀ ਉਹ ਜਾ ਕੇ, ਔਰ ਟੈਂਕ ਦੇ ਵਿੱਚ ਬੋਰ ਕਰਦਾ ਸੀ ਉੱਤੋਂ, ਫਿਰ ਉਹ ਬੋਰ ਕਰਕੇ ਅੰਦਰ ਜਾ ਕੇ ਫੜਦਾ ਸੀ। 12 ਇੰਚ ਮੋਟੀ ਚਾਦਰ ਸੀ ਉਹਦੀ, 12 ਇੰਚ ਚਾਦਰ 'ਚ ਬੋਰ ਕਰਕੇ ਅੰਦਰ ਜਾ ਕੇ ਫੜਦਾ ਸੀ। ਇਹ ਸੀ ਬਿਆਨ ਭਾਰਤ ਦੀ ਉਸ ਵਕਤ 1965 'ਚ, ਅਤੇ ਉਦੋਂ ਇਹਨਾਂ ਦੇ ਚਣੇ ਚਵਾਏ। ਉਹ ਪੈਟਰਨ ਟੰਗੇ ਇਹਨਾਂ ਦੇ ਥਾਂ ਸਾਡੇ ਸ਼ਹਿਰਾਂ 'ਚ ਖੜੇ ਨੇ ਜਿਹੜੇ ਫਿਰ ਤੋੜੇ। ਫਿਰ ਇੱਕ ਅਬਦੁਲ ਹਮੀਦ ਸੀ, ਅਬਦੁਲ ਹਮੀਦ ਨੇ ਇਹਨਾਂ ਨੇ ਇੱਕ ਸੁੱਕੀ ਨਹਿਰ ਬਣਾਈ ਹੋਈ ਸੀ, ਉਹਨੂੰ ਕਹਿੰਦੇ ਤਾਂ ਨਹਿਰ ਸੀ, ਇੱਛੋਗਿਰ ਨਹਿਰ ਹੈਗਾ, ਉਹ ਮੋਰਚਾ ਸੀ ਪੱਕਾ। ਉਹ ਮੋਰਚੇ 'ਚੋਂ ਇਹ ਸਾਡੇ ਮਾਰਚ ਨਹੀਂ ਆ ਰਹੇ ਸੀ, ਉਹਦੇ ਵਿੱਚ ਉਹਨੇ ਆਪਦੇ ਆਪ ਨੂੰ ਬੰਬ ਬੰਨ੍ਹ ਕੇ ਗਿਆ ਅਬਦੁਲ ਹਮੀਦ, ਅਤੇ ਉਹ ਨਹਿਰ ਉਡਾਈ। ਇਹ ਐਂ ਨਹੀਂ ਹੈ
ਉਦੋਂ ਪਾਕਿਸਤਾਨ ਨੂੰ ਹਰਾਇਆ। ਫਿਰ 71 'ਚ ਅਸੀਂ ਨਾ ਆ ਰਹੇ ਸੀ ਉੱਥੇ ਪਟਿਆਲੇ ਮਾਲ 'ਤੇ, ਮੈਨੂੰ ਮੇਰਾ ਕਲੀਗ ਆਇਆ ਪਿੱਛੇ ਕਲਾਸ ਫੈਲੋ, ਚੱਲ ਕਹਿੰਦਾ ਬਲੈਕ ਆਊਟ ਹੋ ਗਈ। ਮੈਂ ਕੀ ਗੱਲ ਹੋ ਗਈ? ਕਹਿੰਦਾ ਪਾਕਿਸਤਾਨ ਨੇ ਹਮਲਾ ਕਰਤਾ। ਉਸ ਜੰਗ ਦੇ ਵਿੱਚ ਬੰਗਲਾਦੇਸ਼ ਵੱਖਰਾ ਹੋਇਆ। ਫਿਰ ਕਾਰਗਿਲ ਦੇ ਵਿੱਚ ਜਦ ਮੁਸ਼ਰਫ ਨੂੰ ਕੋਈ ਨਹੀਂ ਪੁੱਛਦਾ ਸੀ, ਮੁਸ਼ਰਫ ਨੇ ਐਜ਼ ਜਨਰਲ ਕਬਜ਼ਾ ਕਰ ਲਿਆ ਪਾਕਿਸਤਾਨ 'ਤੇ, ਉਹਦੀ ਚੁਣੀ ਹੋਈ ਸਰਕਾਰ ਤੋੜ ਕੇ। ਭਾਰਤ ਨੇ ਸਭ ਤੋਂ ਪਹਿਲਾਂ ਉਹਨੂੰ ਰਿਕੋਗਨਾਈਜ਼ ਕਰਿਆ। ਆਗਰੇ 'ਚ ਵਾਜਪਾਈ ਸਾਹਿਬ ਨੇ ਬੁਲਾਇਆ ਉਹਨੂੰ, ਦੋਸਤੀ ਦਾ ਹੱਥ ਵਧਾਇਆ ਉਹਦੇ ਨਾਲ ਗੱਲਬਾਤ ਕਰੀ। ਇੱਥੇ ਉਹ ਗੱਲਬਾਤ ਕਰ ਰਿਹਾ, ਪਿੱਛੇ ਕਾਰਗਿਲ ਦੀ ਤਿਆਰੀ ਕਰ ਰਿਹਾ ਸੀ। ਫਿਰ ਕਾਰਗਿਲ ਸਾਡਾ ਕੀ ਕਰ ਰਿਹਾ, ਫਿਰ ਅਸੀਂ ਹਰਾਇਆ ਉਹਨੂੰ। ਸੋ ਇਹ ਪਾਕਿਸਤਾਨ ਜਿੱਥੇ ਮਰਜ਼ੀ ਬਹਿ ਜੇ, ਕੋਈ ਫਰਕ ਨਹੀਂ ਪੈਂਦਾ। ਅੱਛਾ, ਹੁਣ ਸਰ ਆਪਣੇ ਇਸ ਪਾਸੇ ਦੀ ਗੱਲ ਕਰੀਏ, ਪੰਜਾਬ ਦੀ ਸਿਮਰਨਜੀਤ ਮਾਨ ਜੋ ਕਿ ਉਹਨਾਂ ਦੀ ਸਟੇਟਮੈਂਟ ਇੱਕ ਆਈ, ਉਹ ਕਹਿੰਦੇ ਵੀ ਜਿਹੜੇ ਸਟੂਡੈਂਟ ਉੱਥੇ ਫਸੇ ਹੋਏ ਨੇ, ਜੇ ਉੱਥੇ ਰਹੇ ਨੇ, ਉੱਥੇ ਨਮਕ ਖਾਧਾ, ਫਿਰ ਵਾਪਸ ਨਾ ਆਉਣ, ਉੱਥੇ ਹਥਿਆਰ ਚੁੱਕਣ ਤੇ ਯੂਕਰੇਨ ਦਾ ਸਾਥ ਦੇਣ। ਦੇਖੋ, ਜਿੱਥੋਂ ਤੱਕ ਸਵਾਲ ਹੈ ਵੀ ਸਿਮਰਨਜੀਤ ਸਿੰਘ ਮਾਨ ਹੈ ਨਾ, ਪੜ੍ਹੇ ਲਿਖੇ ਨੇ, ਬੜੇ IPS ਅਫਸਰ ਰਹੇ ਨੇ, ਉਹ ਕਦੇ ਕੋਈ ਸਟੇਟਮੈਂਟ ਦਿੰਦੇ ਨੇ, ਕਦੇ ਕੋਈ ਦਿੰਦੇ ਨੇ। ਅਤੇ ਉਹਨਾਂ ਨੇ ਕਿਰਪਾਨ ਦਾ ਇਸ਼ੂ ਲੈ ਕੇ ਨਾ ਪਾਰਲੀਮੈਂਟ 'ਚ ਕਿਹਾ ਵੀ 2 ਵਾਰੀ ਚੋਣਾਂ ਕਾਹਦੇ ਵਾਸਤੇ ਲੜਨ, ਜੇ ਅੰਦਰ ਹੀ ਨਹੀਂ ਜਾਣਾ। ਜਾਂ ਤਾਂ ਉਹਨੂੰ ਮਨਾ ਕੇ ਹਟੋ, ਨਾ ਤੁਸੀਂ ਮਨਾਇਆ, ਨਾ ਤੁਸੀਂ ਫਿਰ ਤੁਸੀਂ ਦੁਬਾਰਾ ਚੋਣ ਹੀ ਨਾ ਲੜੋ ਵੀ ਜਾਂ ਤੁਹਾਨੂੰ ਜਾਣ ਹੀ ਨਹੀਂ ਦਿੰਦੇ। ਮੈਨੂੰ ਨਹੀਂ ਸਮਝ ਆਈ ਵੀ ਉਹ ਉਸ ਇਸ਼ੂ ਦੇ ਉੱਤੇ ਚੁਣੇ ਹੋਏ ਚਾਹੇ ਇੱਦਾਂ ਦੇ ਸਟੇਟਮੈਂਟ ਉਹ ਦੇ ਦਿੰਦੇ ਨੇ। ਭਾਰਤ ਦੇ ਵਿਦਿਆਰਥੀ ਉੱਥੇ ਪੜ੍ਹਨ ਗਏ ਨੇ ਕਿ ਯੂਕਰੇਨ ਦੀ ਲੜਾਈ ਲੜਨ ਗਏ ਨੇ? ਕੀ ਮਤਲਬ ਆ ਉੱਥੇ? ਕਿਉਂ ਰਹਿਣ ਉੱਥੇ? ਉਹ ਕਿ ਮੁਫਤ ਪੜ੍ਹਾ ਰਹੇ ਸੀ? ਉਹਨਾਂ ਦੀ ਫੀਸ ਹੈ, ਫੀਸ ਦੇ ਕੇ ਪੜ੍ਹਨ ਗਏ ਨੇ। ਕਿਸੇ ਦੀ ਲੜਾਈ ਕੋਈ ਭਾਰਤੀ ਕਿਉਂ ਲੜੇ? ਇਹ ਜਿਹੜਾ ਕਹਿਣਾ, ਇਹ ਅਮਰੀਕਾ ਦਾ ਸਟੇਟਮੈਂਟ ਹੀ ਹੈ ਵੀ ਕੋਈ ਨਹੀਂ ਡਟ ਜੋ। ਉੱਥੇ ਇੱਕ ਹੋਰ ਦਾ ਵੀ ਮੈਂ ਸੁਣਿਆ ਵੀ ਐਂ ਕਰੋ ਜੀ, ਉੱਥੇ ਰਹੋ ਜੀ, ਫਲਾਣਾ ਕਰੋ ਜੀ। ਕਿਉਂ ਰਹਿਣ ਵਿਦਿਆਰਥੀ? ਵਿਦਿਆਰਥੀ ਕੋਈ ਫੌਜੀ ਨਹੀਂ ਹੈਗੇ। ਯੂਕਰੇਨ ਨੇ ਲੜਾਈ ਸ਼ੁਰੂ ਕਰੀ ਹੋਈ ਹੈ ਨਾ, ਯੂਕਰੇਨ ਦਾ ਝਗੜਾ ਹੈ ਨਾ ਰੂਸ ਨਾਲ, ਅਤੇ ਯੂਕਰੇਨ ਅਮਰੀਕਾ ਦੇ ਉਂਗਲ 'ਚ ਆਇਆ ਨਾ। ਸਾਡਾ ਭਾਰਤੀ ਵਿਦਿਆਰਥੀ ਤਾਂ ਨਹੀਂ ਨਾ, ਉਹ ਤਾਂ ਉੱਥੇ ਪੜ੍ਹਨ ਗਿਆ ਅਤੇ ਪੈਸੇ ਦੇ ਕੇ ਪੜ੍ਹ ਰਿਹਾ, ਕੋਈ ਮੁਫਤ ਨਹੀਂ ਪੜ੍ਹ ਰਿਹਾ। ਜੋ ਮੁਫਤ ਪੜ੍ਹਾਉਂਦੇ ਹੁੰਦੇ ਫਿਰ ਚਲੋ ਸਿਮਰਨਜੀਤ ਸਿੰਘ ਮਾਨ ਦੀ ਸਟੇਟਮੈਂਟ ਠੀਕ ਸੀ। ਤੁਸੀਂ ਕਿਸੇ ਦੁਕਾਨ 'ਤੇ ਸੌਦਾ ਲੈਣ ਜਾਂਦੇ ਹੋ ਅਤੇ ਤੁਸੀਂ ਕਹੋ ਵੀ ਹੁਣ ਉਹ ਕਿਸੇ ਨਾਲ ਦੂਜੇ ਦੁਕਾਨਦਾਰ ਨਾਲ ਲੈ ਲੇ ਪੰਗਾ, ਤੁਸੀਂ ਕਿਉਂ ਉਹਦੇ ਨਾਲ ਵੀ ਸਫ਼ਰ ਕਰੋਗੇ? ਤੁਸੀਂ ਉਹਦੇ ਨਾਲ ਕਿਉਂ ਖੜ੍ਹੇ ਹੋਵੋਗੇ? ਤੁਹਾਨੂੰ ਪਤਾ ਹੀ ਨਹੀਂ ਵੀ ਕਾਹਦਾ ਪੰਗਾ ਕਾਹਦਾ ਨਹੀਂ। ਤੁਸੀਂ ਆਪਦਾ ਸਿਰ ਪੜਵਾਉਣਾ, ਤੁਸੀਂ ਤਾਂ ਉੱਥੇ ਪੈਸੇ ਦੇ ਕੇ ਸੌਦਾ ਲੈਣ ਗਏ ਹੋ। ਸੋ ਸਾਡੇ ਵਿਦਿਆਰਥੀ ਉੱਥੇ ਪੈਸੇ ਦੇ ਕੇ ਪੜ੍ਹਨ ਗਏ ਨੇ, ਕੋਈ ਮੁਫਤ ਨਹੀਂ ਪੜ੍ਹ ਰਹੇ। ਤਾਂ ਕਿਉਂ ਉਹਨਾਂ ਦੇ ਉੱਥੇ ਖੜ੍ਹੇ ਹੋਣ? ਹੁਣ ਚਰਚਾ ਵੀ ਚੱਲ ਗਈ ਕਿ ਕੱਲ੍ਹ ਨੂੰ ਜੇ ਭਾਰਤ ਵਿੱਚ ਜੰਗ ਹੋ ਜਾਂਦੀ ਹੈ ਕਿ ਭਾਰਤ ਦੇ ਵੀ ਪ੍ਰਧਾਨ ਮੰਤਰੀ ਕਹਿ ਦੇਣਗੇ ਕਿ ਤੁਸੀਂ ਵੀ ਹਥਿਆਰ ਚੁੱਕ ਲਓ, ਕਿਉਂਕਿ ਉੱਥੋਂ ਦੇ ਪ੍ਰਧਾਨ ਨੇ। ਨਹੀਂ, ਉਹ ਜਿਹੜਾ ਹੈਗਾ ਦੇਸ਼ ਨੂੰ ਇਕੱਠੇ ਰੱਖਣਾ, ਉਹ ਕਿਉਂਕਿ ਉਹਨਾਂ ਦੀ ਗਿਣਤੀ ਥੋੜ੍ਹੀ ਹੈ। ਅਤੇ ਉਹਨੇ ਕਹਿਤਾ ਉਹ ਦੇਸ਼ ਜਾਣੇ। ਭਾਰਤ ਨੂੰ ਤਾਂ ਕਦੇ ਕਹਿਣ ਦੀ ਲੋੜ ਹੀ ਨਹੀਂ। ਭਾਰਤ ਦੇ ਲੋਕ ਤਾਂ ਹਮੇਸ਼ਾ ਹਥਿਆਰ ਚੁੱਕਣਾ, ਕੋਈ ਕਦੀ ਇਹ ਨਹੀਂ ਹੁੰਦਾ ਵੀ AK-47 ਚੁੱਕ ਲਈ ਜਾਂ ਗਨ ਚੁੱਕ ਲਈ। ਸਿਵਲੀਅਨ ਟਰੱਕ ਸਾਡੇ ਜਾਂਦੇ ਰਹੇ ਨੇ ਪਾਕਿਸਤਾਨ ਦੀ ਲੜਾਈ ਵੇਲੇ, ਸਾਰਾ ਸਮਾਨ ਲੈ ਕੇ ਜਾਂਦੇ ਸੀ ਲੋਕ। ਇੱਥੇ ਚੀਨ ਨੇ ਸਾਡੇ 'ਤੇ ਹਮਲਾ ਕਰਤਾ ਸੀ 1962 ਦੀ ਗੱਲ ਹੈ, 61 ਦੀ, ਅਤੇ ਅਸੀਂ ਰਾਤ ਨੂੰ ਉਹਨਾਂ ਦੇ ਛਾਤਾ ਸੈਨਿਕ ਲੱਭਦੇ ਫਿਰਦੇ ਰਹਿੰਦੇ ਸੀ। ਸਾਨੂੰ ਕਿਹੜਾ ਕੋਈ ਤਨਖਾਹ ਦਿੰਦਾ ਸੀ? ਉੱਤੋਂ ਇੱਕ ਵਾਰੀ ਐਲਾਨ ਕਰਤਾ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਇਹ ਛਾਤਾ ਸੈਨਿਕ ਆ ਸਕਦੇ ਨੇ, ਆਪਣਾ ਧਿਆਨ ਕਰੋ। ਲੋਕ ਕਰਦੇ ਨੇ, ਕੌਣ ਕਹਿੰਦਾ ਕਰਦੇ ਨਹੀਂ? ਲੋਕਾਂ ਨੇ ਵੰਗਾਂ, ਗਲਾਂ ਦੇ ਹਾਰ, ਕੱਪੜੇ, ਪੈਸੇ ਲੋਕਾਂ ਨੇ ਦਿੱਤੇ ਨੇ। ਇਹ ਸਮਝਦੇ ਨੇ ਵੀ ਗਨ ਚੱਕਣੀ। ਇਹ ਮਾਨ ਸਾਹਿਬ ਹੋਰਾਂ ਦਾ ਨਾ ਸਿਰਫ ਕਿਉਂਕਿ ਗਨ ਨੂੰ ਹੀ ਸਮਝਦੇ ਨੇ ਵੀ ਲੜਾਈ ਹੈ। ਭਾਈ ਜਿਹੜਾ ਉੱਥੇ ਫੌਜੀ ਆ ਉਹਨੂੰ ਸਮਾਨ ਪਹੁੰਚਾਉਣਾ, ਇੱਥੇ ਦੇਸ਼ ਨੂੰ ਪੈਸਾ ਦੇਣਾ, ਦੇਸ਼ ਦੇ ਵਾਸਤੇ ਪ੍ਰੋਡਕਸ਼ਨ ਵਧਾਉਣੀ, ਇਦੋਂ ਬਗੈਰ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ। ਜਦ ਸੈਕੰਡ ਵਰਲਡ ਵਾਰ ਦੇ ਵਿੱਚ ਸਟਾਲਿਨ ਨੇ ਕਾਲ ਦਿੱਤੀ ਰੂਸ ਵਾਲਿਆਂ ਨੂੰ, ਸੋਵੀਅਤ ਯੂਨੀਅਨ ਵਾਲਿਆਂ ਨੂੰ, ਵੀ ਫੌਜਾਂ ਉੱਥੇ ਲੜ ਰਹੀਆਂ ਨੇ, ਤੁਸੀਂ ਕੱਲੇ ਇੰਨਾ ਸਮਾਨ ਤਿਆਰ ਕਰੋ ਕਾਰਖਾਨਿਆਂ 'ਚ ਵੀ ਕੋਈ ਸਮਾਨ ਦੀ ਘਾਟ ਨਾ ਹੋ ਜੇ। ਅੱਜ ਕਰੋਨਾ ਦੀ ਲੜਾਈ ਲੜ ਰਹੇ ਸੀ, ਕਰੋਨਾ ਦੀ ਲੜਾਈ ਦੇ ਵਿੱਚ ਕਿਹਾ ਗਿਆ ਵੀ ਕਾਰਖਾਨੇ ਆਪਦੇ ਮਾਸਕ ਤਿਆਰ ਕਰੋ, ਫਲਾਣਾ ਕਰੋ, ਆਹ ਵੀ ਤਿਆਰ ਕਰੋ। ਫੈਕਟਰੀਆਂ ਦਾ ਰੂਪ ਬਦਲਤਾ ਚੱਕ ਕੇ ਅਮਰੀਕਾ ਵਾਲਿਆਂ ਨੇ ਵੀ ਬਦਲਿਆ। ਸੋ ਲੜਾਈ ਕੱਢੀ ਐਂ ਨਹੀਂ ਹੁੰਦੀ ਵੀ ਇਕੱਲੇ ਬਾਰਡਰ 'ਤੇ ਲੜਾਈ ਹੈ। ਲੜਾਈ ਘਰ ਘਰ 'ਚ ਹੁੰਦੀ ਹੈ, ਪਰ ਉਹਦਾ ਤੌਰ ਤਰੀਕਾ ਹੋ ਰਿਹਾ। ਪਰ ਮਾਨ ਸਾਹਿਬ ਤਾਂ ਕਿਉਂਕਿ ਉਹ ਪੁਲਿਸ 'ਚੋਂ ਆਏ ਨੇ, ਉਹਨਾਂ ਨੂੰ ਇੱਕੋ ਲੜਾਈ ਦਿਖਦੀ ਹੈ, ਉਹਨਾਂ ਨੂੰ ਦੂਜੀ ਲੜਾਈ ਦਿਖਦੀ ਨਹੀਂ। ਇਹ ਬੜੀ ਵੱਡੀ ਜੰਗ ਹੈ ਔਰ ਭਾਰਤੀ ਲੜਨਗੇ, ਲੜੀ ਹਮੇਸ਼ਾ ਲੜੀ ਹੈ। ਜਦ ਜਨਰਲ ਨਿਆਜੀ ਤੋਂ ਹਥਿਆਰ ਸਰਾਏ ਨੇ, ਉਹ ਤੁਹਾਡੇ ਖਿਆਲ 'ਚ ਬਾਕੀ ਭਾਰਤੀ ਨਾਲ ਨਹੀਂ ਸੀਗੇ? ਉਹ ਜੰਗ ਨਹੀਂ ਲੜ ਰਹੇ ਸੀ? ਜਿਹੜੇ ਸਮਾਨ ਪਹੁੰਚਾ ਰਹੇ ਨੇ, ਕੋਈ ਸੂਚਨਾ ਦੇ ਰਹੇ ਨੇ ਸਰਕਾਰ ਨੂੰ ਵੀ ਇੱਥੇ ਐਂ ਹੋ ਗਿਆ, ਪਿੰਡ 'ਚ ਆਹ ਹੋ ਗਿਆ, ਕੋਈ ਵਿਰੋਧੀ ਗਤੀਵਿਧੀਆਂ ਕਰਦਾ ਉਹਦੀ ਸੂਚਨਾ ਦੇ ਰਹੇ ਨੇ, ਉਹ ਲੜਾਈ ਨਹੀਂ ਹੈ। ਲੜਾਈ ਕਈ ਤਰ੍ਹਾਂ ਦੀ ਹੁੰਦੀ ਹੈ। ਹਥਿਆਰ ਨਾਲ ਨਹੀਂ, ਬਹੁਤ ਤਰੀਕੇ ਦੀ ਲੜਾਈ। ਇਕੱਲੇ ਹਥਿਆਰਾਂ ਨਾਲ ਲੜਾਈ ਨਹੀਂ ਹੁੰਦੀ। ਨਹੀਂ, ਹਥਿਆਰਾਂ ਨਾਲ ਵੀ ਲੜਾਈ ਹੈ, ਪਰ ਇਕੱਲੇ ਹਥਿਆਰਾਂ ਨਾਲ ਨਹੀਂ ਹੁੰਦੀ। ਹੋਰ ਬਹੁਤ ਗੱਲਾਂ ਨੇ ਜਿਹੜੀਆਂ ਕਰਨੀਆਂ ਹੁੰਦੀਆਂ। ਤੇ ਸਾਰੀ ਗੱਲ ਮੈਂ ਸੁਣੀਏ, ਸਾਡੇ ਨਾਲ ਮੌਜੂਦ ਸਨ ਡਾਕਟਰ ਪੈਰਲ ਗਰਗ। ਇੰਟਰੋ ਕਰਨ ਦਾ ਮਕਸਦ ਇਹੀ ਸੀ ਕਿ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਵੀ ਕਿਉਂ ਜੰਗ ਚੱਲਦੀ ਪਈ ਹੈ। ਕਿ ਸਵਾਲ ਵੱਡਾ ਇਹੀ ਹੈ ਕਿ ਅਮਰੀਕਾ ਜਿਸ ਤਰੀਕੇ ਨਾਲ ਆਪਣੇ ਹਿੱਤਾਂ ਦੇ ਵਿੱਚ ਜਾ ਕੇ
ਯੂਕਰੇਨ ਨੂੰ ਸਾਥ ਦੇਣ ਲਈ ਪਹਿਲਾਂ ਕਿਹਾ, ਬਾਅਦ ਚੋਂ ਪਿੱਛੇ ਹਟ ਗਿਆ। ਅਮਰੀਕਾ ਪਾਵਰਫੁਲ ਬਣਨਾ ਚਾਹੁੰਦਾ ਹੈ, ਚੀਨ ਵੀ ਬਣਨਾ ਚਾਹੁੰਦਾ ਹੈ, ਰੂਸ ਵੀ ਬਣਨਾ ਚਾਹੁੰਦਾ ਹੈ, ਪਰ ਨਤੀਜੇ ਤੁਹਾਡੇ ਸਾਹਮਣੇ ਨੇ। ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਅਖੀਰ ਵਿੱਚ ਗੱਲ ਟੇਬਲ 'ਤੇ ਹੀ ਬੈਠ ਕੇ ਹੋਣੀ ਹੈ। ਪਰ ਜਿਹੜੇ ਗਰਮ ਖਿਆਲੀ ਕਹਿੰਦੇ ਨੇ ਕਿ ਜੰਗ ਲੱਗ ਜਾਣੀ ਚਾਹੀਦੀ ਹੈ, ਜੰਗ ਲਾ ਦਿਓ, ਉਹ ਨਤੀਜਾ ਦੇਖ ਸਕਦੇ ਨੇ ਯੂਕਰੇਨ ਵਿੱਚ ਕੀ ਹਾਲਾਤ ਬਣੇ ਨੇ। ਕੋਈ ਵੀ ਸਮੱਸਿਆ, ਕੋਈ ਵੀ ਕਿਸੇ ਵੀ ਪੱਖੋਂ ਕਿਸੇ ਨਾਲ ਕੋਈ ਵੀ ਚਰਚਾ ਕਰੀਏ ਤਾਂ ਮਸਲੇ ਦਾ ਹੱਲ ਨਿਕਲ ਜਾਂਦਾ, ਪਰ ਆਖਰੀ ਮਸਲਾ ਕਦੀ ਵੀ ਜੰਗ ਨਹੀਂ ਹੋ ਸਕਦਾ।